ਉੱਥੇ ਕਿੰਨੇ ਸਾਲ ਜੇਲ੍ਹ ਚ ਰਹੇ ਅਮਰੀਕਾ ਦੇ? ਅਮਰੀਕਾ 'ਚ ਮੈਂ 13 ਸਾਲ ਤੋਂ ਉੱਤੇ 14 ਸਾਲ ਦੇ ਕਰੀਬ ਰਿਹਾ। ਜਦੋਂ ਲਲਿਤ ਮਾਕਨ ਤੁਸੀਂ ਇਹ ਕਤਲ ਕਰਦੇ ਹੋ, ਉਹਨਾਂ ਦੀ ਵਾਈਫ ਵੀ ਨਾਲ ਹੁੰਦੀ ਆ ਨਾ ਜੀ, ਉਹਨਾਂ ਦੀ ਵਾਈਫ ਕੋਲੋਂ ਪਰਿਸਥਿਤੀਆਂ ਉੱਦਾਂ ਦੀਆਂ ਬਣ ਗਈਆਂ ਤੇ ਉਹਨਾਂ ਨੂੰ ਵੀ ਉਹ ਕਰਨਾ ਪੈ ਗਿਆ। ਉਹਨਾਂ ਦਾ ਉਸ ਟਾਈਮ ਉਹਦਾ ਐਡਾ ਸੀਗਾ ਕਿ ਉਹਨਾਂ ਦੇ ਨਾਲ ਟਾਰਗੇਟ ਕਰਨ ਦੇ ਨਾਲ ਕੁਝ ਫਰਕ ਪਿਆ। ਇਹਦੇ ਨਾਲ ਇਹ ਹੋਇਆ ਵੀ ਮੁੜ ਕੇ ਉਸ ਤੋਂ ਬਾਅਦ ਸਿੱਖਾਂ ਤੇ ਕਦੀ ਅਟੈਕ ਨਹੀਂ ਹੋਇਆ। ਜਦੋਂ ਇਹ ਸਾਰਾ ਘਟਨਾਕ੍ਰਮ ਤੁਸੀਂ ਕੀਤਾ ਬੜੇ ਪਰੀਖੇ ਵੀ ਚੱਲੇ, ਕੋਈ ਰਹਿਣ ਦਾ ਕਦੇ ਕਿਤੇ ਇੱਦਾਂ, ਕਿਉਂਕਿ ਜਦੋਂ ਇੱਦਾਂ ਦਾ ਘਟਨਾਕ੍ਰਮ ਹੋ ਜਾਂਦਾ। ਮੈਂ ਇੱਕ ਪੱਤਰਕਾਰ ਦੀ ਇੰਟਰਵਿਊ ਸੁਣ ਰਿਹਾ ਸੀ ਉਸ ਸਮੇਂ ਦੇ, ਜੀ ਮੈਨੂੰ ਸ਼ਾਇਦ ਨਾਮ ਨਹੀਂ ਯਾਦ, ਉਹਨਾਂ ਦੀ ਕਾਫੀ ਉਮਰ ਸੀਗੀ। ਉਹਨਾਂ ਦੇ ਮਕਾਨ ਦੇ ਵਿੱਚ ਸੁੱਖਾ ਤੇ ਜਿੰਦਾ ਉੱਪਰ ਰਹਿੰਦੇ ਹੁੰਦੇ ਸੀਗੇ। ਉਹ ਸਾਰਾ ਝੂਠ ਬੋਲ ਰਿਹਾ। ਝੂਠ ਬੋਲ ਰਿਹਾ ਜੀ। ਬਿੱਲ ਵਾਪਸ ਲੈ ਲੈਣਗੇ ਸਰਕਾਰ ਤੇ ਰੁੱਖ ਲੱਗਦਾ ਇਦਾਂ ਦਾ? ਨਹੀਂ, ਇਸ ਤਰ੍ਹਾਂ ਦਾ ਨਹੀਂ ਲੈ। ਜੋ ਇਹਨਾਂ ਦੀ ਇਤਿਹਾਸ ਹੈ ਮੋਦੀ ਦਾ, ਜੀ ਕਦੀ ਹਜੇ ਤੱਕ ਗੁਜਰਾਤ ਦੇ ਪੰਜਾਬੀ ਮੋਸਟਲੀ ਸਿੱਖ ਕਿਸਾਨਾਂ ਦਾ ਮੁੱਦਾ ਪਿਆ, ਜੀ ਉਹ ਭਾਵੇਂ ਉਹ ਹਾਈ ਕੋਰਟ 'ਚ ਆਪਣਾ ਮੁੱਦਾ ਹੱਕਾਂ ਦਾ ਜਿੱਤ ਗਏ ਸੀ, ਜੀ ਉਹ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ 'ਚ ਲਾਗੂ ਕੀਤਾ ਹੋਇਆ। ਜੀ ਅਕਾਲੀ ਦਲ ਵੀ ਬਹੁਤ ਚਿਰ ਉਸ ਤੇ ਚੁੱਪ ਰਿਹਾ, ਬਿਲਕੁਲ। ਕਾਂਗਰਸ ਵੀ ਚੁੱਪ ਰਹੀ ਆ। ਉਹ ਹਜੇ ਵੀ ਕੇਸ ਚੱਲ ਰਿਹਾ, ਉਹ ਅਜਾੜੇ ਦਾ ਕੇਸ ਆ ਵੀ ਜਦੋਂ ਗੁਜਰਾਤ ਆਬਾਦ ਹੋ ਗਿਆ ਕਿਸਾਨੀ ਪੱਖੋਂ, ਇਹਨਾਂ ਨੂੰ ਬਾਹਰ ਕੱਢ ਦਿਓ। ਉਹ ਕਹਿੰਦੇ ਨੇ 84 ਭੁੱਲ ਜਾਓ ਨਵੰਬਰ, ਜਿਹੜੇ ਅੱਜ ਤੱਕ ਹਜ਼ਾਰਾਂ ਸਾਲਾਂ ਤੋਂ ਇੱਕ ਛੋਟੀ ਜਿਹੀ ਗਲਤੀ ਤੇ ਰਾਵਣ ਦਾ ਪੁਤਲਾ ਫੂਕਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਤਰਲੋਚਨ ਸਿੰਘ ਗਿੱਲ ਅੱਜ ਪਹੁੰਚਿਆ ਇੱਕ ਏਦਾਂ ਦੀ ਸ਼ਖਸੀਅਤ ਕੋਲੇ ਜਿਨ੍ਹਾਂ ਨੇ ਨਵੰਬਰ 1984 ਦਾ ਜਿਹੜਾ ਦਰਦ ਆ ਉਹ ਆਪਣੇ ਪਿੰਡੇ ਤੇ ਕਹਿ ਸਕਦੇ ਆ ਕਿ ਮਹਿਸੂਸ ਕੀਤਾ ਕਿ ਕੀ ਹੋਇਆ ਕੌਮ ਦੇ ਨਾਲ ਤੇ ਕਿਉਂ ਹੋਇਆ, ਤੇ ਕੱਲੀ ਸਾਡੀ ਕੌਮ ਨਾਲ ਹੀ ਕਿਉਂ। ਉਸ ਸਮੇਂ 31 ਅਕਤੂਬਰ ਨੂੰ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਇੱਕ ਨਵੰਬਰ ਤੋਂ ਜਿਹੜਾ ਸਾਰਾ ਘਟਨਾਕ੍ਰਮ ਹੁੰਦਾ, ਸਿੱਖਾਂ ਦਾ ਕਤਲੇਆਮ ਹੁੰਦਾ ਦਿੱਲੀ ਦੇ ਵਿੱਚ, ਹਜ਼ਾਰਾਂ ਸਿੱਖਾਂ ਨੂੰ ਉਜਾੜਿਆ ਜਾਂਦਾ ਵਾ। ਤੇ ਉਸ ਸਮੇਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣਦੇ ਨੇ ਤੇ ਉਹਨਾਂ ਵੱਲੋਂ ਇਹ ਬਿਆਨ ਦੇਣਾ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਹਿੱਲਦੀ ਆ। ਪਰ ਸਵਾਲ ਇੱਥੇ ਇਹ ਸੀ ਕਿ ਧਰਤੀ ਕੱਲੀ ਸਿੱਖਾਂ ਦੀ ਵਾਰੀ ਹੀ ਕਿਉਂ ਹਿੱਲਦੀ ਆ, ਜਾਂ ਦਰਖਤ ਕੱਲਾ ਸਿੱਖਾਂ ਦੇ ਉੱਤੇ ਕਿਉਂ ਡਿੱਗਦਾ ਵਾ। ਜਦੋਂ ਨੱਥੂ ਰਾਮ ਗੌਡਸੇ ਮਹਾਤਮਾ ਗਾਂਧੀ ਨੂੰ ਗੋਲੀ ਮਾਰਦਾ ਉਦੋਂ ਕਿਉਂ ਨਹੀਂ ਇਹ ਦਰਖਤ ਡਿੱਗੇ, ਜਾਂ ਜਦੋਂ ਰਾਜੀਵ ਗਾਂਧੀ ਨੂੰ ਤਾਮਿਲ ਲੋਕ ਮਾਰਦੇ ਨੇ ਇਹ ਦਰਖਤ ਉਦੋਂ ਕਿਉਂ ਨਹੀਂ ਡਿੱਗੇ, ਕੱਲੇ ਸਿੱਖਾਂ ਦੇ ਲਈ ਕਿਉਂ। ਜਿਸ ਸ਼ਖਸੀਅਤ ਕੋਲੇ ਮੈਂ ਪਹੁੰਚਿਆ ਉਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਰਣਜੀਤ ਸਿੰਘ ਕੁੱਕੀ ਜੀ, ਜਿਨ੍ਹਾਂ ਨੇ ਉਸ ਦਰਦ ਨੂੰ ਮਹਿਸੂਸ ਕਰਦੇ ਹੋਏ ਕਿ ਸਾਡੀ ਕੌਮ ਦੇ ਨਾਲ ਇਹ ਹੋਇਆ, ਵੈਲ ਐਜੂਕੇਟਡ ਪਰਿਵਾਰ ਚੋਂ ਨੇ। ਮੈਂ ਇੱਥੇ ਕਿਉਂ ਜ਼ਿਕਰ ਕਰ ਰਿਹਾ ਵੈਲ ਐਜੂਕੇਟਡ ਦਾ, ਕਿ ਬਹੁਤ ਸਾਰੇ ਲੀਡਰਾਂ ਨੇ 84 ਤੋਂ ਬਾਅਦ ਇਹ ਕਹਿਣਾ ਸਟਾਰਟ ਕਰਤਾ ਕਿ ਉਸ ਲਹਿਰ ਨੇ ਜੀ ਜਾਂ ਖਾੜਕੂਆਂ ਨੇ ਜੀ ਭੋਲੇ ਭਾਲੇ ਅਨਪੜ੍ਹ ਮੁੰਡਿਆਂ ਨੂੰ ਮਗਰ ਲਾ ਲਿਆ। ਪਰ ਨਹੀਂ, ਉਸ ਦਰਦ ਦਾ ਪੜ੍ਹੇ ਲਿਖੇ ਲੋਕਾਂ ਨੂੰ, ਐਜੂਕੇਟਡ ਲੋਕਾਂ ਨੂੰ ਵੀ ਦਰਦ ਮਹਿਸੂਸ ਹੋਇਆ ਤੇ ਉਹਨਾਂ ਨੇ ਏਦਾਂ ਦੇ ਕੰਮ ਕੀਤੇ ਜਿਹੜੇ ਕਿ ਇਤਿਹਾਸ ਦੇ ਵਿੱਚ ਦਰਜ ਨੇ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ। ਥੈਂਕ ਯੂ। ਮੈਂ ਸ਼ੁਰੂਆਤ ਕੀਤੀ ਏਦਾਂ ਹੀ ਕਿ ਵੈਲ ਐਜੂਕੇਟਡ ਪਰਿਵਾਰ ਸੀਗਾ ਜੀ, ਤੁਸੀਂ ਵੀ ਵਧੀਆ ਪੜ੍ਹੇ ਲਿਖੇ, ਕਿਉਂ ਮਹਿਸੂਸ ਹੋਇਆ ਇੱਧਰ ਨੂੰ ਤੁਰਨ ਦੇ ਲਈ ਵੀ ਇਹ ਸਾਡੇ ਨਾਲ ਹੋਇਆ ਤਾਂ ਕਿਉਂ ਹੋਇਆ? ਜੇ ਸਿੱਖ ਫੈਮਿਲੀ ਦੇ ਵਿੱਚ ਮੈਂ ਜਨਮ ਲਿਆ ਹੈਗਾ ਜੀ, ਤਾਂ ਸਿੱਖ ਭਾਵਨਾ ਮਹਿਸੂਸ ਕਰਨੀਆਂ ਤਾਂ ਸੁਭਾਵਿਕ ਆ। ਬਿਲਕੁਲ ਜੀ। ਜਦੋਂ 1984 ਜੂਨ ਦਾ ਅਟੈਕ ਹੋਇਆ ਦਰਬਾਰ ਸਾਹਿਬ ਤੇ ਜੀ, ਉਹ ਇੱਕ ਏਦਾਂ ਦਾ ਘਟਨਾਕ੍ਰਮ ਸੀਗਾ ਵੀ ਉਹ ਤੁਹਾਡੇ ਤੇ ਅਸਰ ਇੱਕ ਸਿੱਖ ਹੋਣ ਦੇ ਨਾਤੇ ਉਹਨੇ ਕਰਨਾ ਹੀ ਕਰਨਾ ਸੀ। ਬਿਲਕੁਲ। ਯੰਗ ਮਾਈਂਡ ਹੋਣ ਦੇ ਨਾਤੇ
ਤੁਸੀਂ ਤੁਹਾਡੇ ਚ ਭੜਕਾਹਟ ਵੀ ਜ਼ਿਆਦਾ ਆਉਂਦੀ ਆ ਜੀ। ਤੁਹਾਨੂੰ ਇਹ ਵੀ ਹੁੰਦਾ ਕਿ ਇਹ ਕਦਮ ਉਦੋਂ ਸਮਝਣ ਦੀ ਇੰਨੀ ਕੁ ਸ਼ਕਤੀ ਹੁੰਦੀ ਵੀ ਇਹ ਕਿਉਂ ਹੋਇਆ। ਬਿਲਕੁਲ ਉਹ ਕਿਉਂ ਦਾ ਕਿਸੇ ਕੋਲੇ ਵੀ ਕੋਈ ਆਨਸਰ ਨਹੀਂ ਸੀ ਜੀ। ਮੈਂ ਉਸ ਟਾਈਮ ਤੇ MSc ਜੈਨੇਟਿਕਸ ਪਲਾਂਟ ਸਾਇੰਸਿਸ ਚ ਕਰ ਰਿਹਾ ਸੀ ਤੇ ਮੇਰਾ ਆਲਮੋਸਟ ਕੰਪਲੀਟ ਸੀਗਾ, ਮੈਂ ਥੀਸਿਸ ਸਬਮਿਟ ਕਰ ਰਿਹਾ ਸੀ ਜੀ। ਉਸ ਘਟਨਾਕ੍ਰਮ ਦਾ ਜੋ ਫੌਜੀ ਅਟੈਕ ਹੋਇਆ ਦਰਬਾਰ ਸਾਹਿਬ ਤੇ, ਉਹ ਇੱਕ ਟਰਨਿੰਗ ਪੁਆਇੰਟ ਸੀ ਮੇਰੀ ਲਾਈਫ ਦਾ, ਬਿਲਕੁਲ ਜਿਹਨੇ ਮੈਨੂੰ ਇੱਕ ਵਾਰ ਝੰਜੋੜਿਆ। ਇੱਕ ਸਿੱਖ ਹੋਣ ਦੇ ਨਾਤੇ ਜੀ। ਮੇਰੇ ਤੇ ਉਸਨੇ ਇੱਕ ਵੱਖਰਾ ਅਸਰ ਵੀ ਕੀਤਾ ਆ। ਕਿਸੇ ਵੱਲ ਝਾਕਣ ਦੀ ਬਜਾਏ ਮੈਂ ਇਹੀ ਮਹਿਸੂਸ ਕੀਤਾ ਵੀ ਇਸ ਬਾਰੇ ਕੁਛ ਨਾ ਕੁਛ ਕਰਨਾ ਹੀ ਪਊਗਾ। ਉਸ ਤੋਂ ਬਾਅਦ ਨਵੰਬਰ 84 ਦਾ ਘਟਨਾਕ੍ਰਮ ਹੋਇਆ ਵੱਡਾ, ਬਿਲਕੁਲ ਜਿਹਨੇ ਇਹ ਸਿੰਗਲ ਆਊਟ ਕਰਤਾ ਕਿ ਸਿੱਖ ਅੰਡਰ ਥ੍ਰੈਟ ਨੇ ਇੰਡੀਆ 'ਚ। ਸੁਣਦੇ ਤਾਂ ਪਹਿਲੇ ਵੀ ਸੀ ਜੀ, ਪਰ ਕਦੀ ਧਿਆਨ ਨਹੀਂ ਸੀ ਦਿੱਤਾ ਵੀ ਸਿੱਖਾਂ ਨਾਲ ਵੱਖਰਾ ਰਸੂਖ ਕੀਤਾ ਜਾਂਦਾ, ਵੱਖਰਾ ਇਹਨਾਂ ਨੂੰ ਸਮਝਿਆ ਜਾਂਦਾ ਹੈਗਾ। ਇੱਕ ਦੁਨੀਆ ਭੈ ਭੀਤ ਜੀ ਰਹਿੰਦੀ ਸੀ ਸਿੱਖਾਂ ਤੋਂ, ਬਿਲਕੁਲ ਤੇ ਕਿਤੇ ਉਦੋਂ ਵੱਖਰਾ ਹੋ ਗਿਆ ਕਿ ਸਿੱਖ ਹੀ ਭੈ ਭੀਤ ਹੋ ਗਏ। ਬਿਲਕੁਲ। ਇਹ ਜਿਹੜੀ ਉਸ ਸਮੇਂ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਣਾ, ਉਸ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੋਣਾ, ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਣਾ, ਖਾਸ ਕਰਕੇ ਘਰਾਂ ਦੀਆਂ ਨਿਸ਼ਾਨੀਆਂ ਲਗਾ ਕੇ ਨਿਸ਼ਾਨਦੇਹੀ ਕਰਕੇ ਮਾਰਨਾ, ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਸੁੱਖਾ ਤੇ ਜਿੰਦਾ ਦਾ ਜਨਰਲ ਵੈਦਿਆ ਦਾ ਮਾਰਨਾ, ਉਸ ਤੋਂ ਬਾਅਦ ਤੁਹਾਡਾ ਇਹ ਲਲਿਤ ਮਾਕਨ ਵਾਲਾ ਜਿਹੜਾ ਕੇਸ ਆ ਇਹ ਸਾਹਮਣੇ ਆਇਆ। ਇਹ ਸਾਰਾ ਕੇਸ ਤੋਂ ਬਾਅਦ ਤੁਸੀਂ ਅਮਰੀਕਾ ਖੁਦ ਗਏ ਇਸ ਕੇਸ ਤੋਂ ਬਚਣ ਦੇ ਲਈ, ਕਿ ਵੈਸੇ ਹੀ ਤੁਹਾਡਾ ਪਹਿਲਾਂ ਤਾਂ ਕੋਈ ਪਲਾਨ ਸੀਗਾ ਬਣਿਆ ਹੋਇਆ? ਨਹੀਂ, ਪਹਿਲੇ ਕੋਈ ਪਲਾਨ ਨਹੀਂ ਸੀ, ਪਰ ਬਚਣ ਲਈ ਵੀ ਮੈਂ ਅਮਰੀਕਾ ਨਹੀਂ ਗਿਆ ਜੀ। ਕੋਈ ਬਚਾਉਣ ਵਾਲਾ ਤਾਂ ਖਿਆਲ ਹੀ ਹੈ ਨਹੀਂ ਸੀਗਾ ਜੀ। ਮੈਂ ਜਿਹੜੇ ਮਕਸਦ ਲਈ ਘਰੋਂ ਤੁਰਿਆ ਸੀਗਾ, ਮੱਥਾ ਟੇਕ ਕੇ ਮੈਂ ਤੁਰਿਆ ਸੀ ਜੀ। ਸਾਡੇ ਅੱਗੇ ਵੱਡਾ ਸਵਾਲ ਸੀ ਵੀ ਜਿਹੜੀ ਫੌਜ ਨੇ ਅਟੈਕ ਕੀਤਾ ਹੈਗਾ, ਕਿਉਂਕਿ ਇੰਦਰਾ ਗਾਂਧੀ ਤਾਂ ਮਰ ਚੁੱਕੀ ਸੀ, ਇਹ ਸੀਗੇ ਵੀ ਉਹਨਾਂ ਦਾ ਕੋਈ ਨਾ ਕੋਈ ਜਰਨੈਲ ਜਿਹੜਾ ਹੈਗਾ ਉਹਨੂੰ ਨਿਸ਼ਾਨੇ ਤੇ ਲੈ ਕੇ ਆਉਣਾ ਜੀ। ਦੂਜਾ ਵੱਡਾ ਸਵਾਲ ਸੀਗਾ ਜਿਨ੍ਹਾਂ ਨੇ ਦਿੱਲੀ 'ਚ ਕਤਲੇਆਮ ਕੀਤਾ ਜਾਂ ਭਾਰਤ 'ਚ ਕਿਤੇ ਕਤਲੇਆਮ ਹੋਏ ਨੇ, ਉਹਨਾਂ ਨੂੰ ਕਿਸ ਤਰ੍ਹਾਂ ਜਵਾਬ ਦਿੱਤਾ ਜਾਵੇ। ਉਹ ਮਕਸਦ ਸੀਗੇ। ਮਤਲਬ ਕਿ ਇਹ ਜਦੋਂ ਇਹ ਮਕਸਦ ਪੂਰੇ ਹੋਣ ਦੇ ਪਹਿਲੇ ਦਿੱਲੀ ਵਾਲੇ ਹੋਏ ਆ, ਫਿਰ ਜਨਰਲ ਵੈਦਿਆ ਦਾ ਤੈਅ ਹੋ ਗਿਆ ਸੀ ਵੀ ਆਰਮੀ ਚੀਫ ਆ ਇਹ। ਉਸ ਤੋਂ ਬਾਅਦ ਸਾਡੀ ਆਪਸ 'ਚ ਜਨਰਲ ਵੈਦਿਆ ਤੋਂ ਮਾਰਨ ਤੋਂ ਪਹਿਲੇ ਇਹ ਸਲਾਹ ਸੀ ਵੀ ਕੋਈ ਨਾ ਕੋਈ ਆਪਣੇ ਚੋਂ ਬਾਹਰ ਜਾਣਾ ਚਾਹੀਦਾ। ਸਾਡੇ ਅੱਗੇ ਦੋ ਹੀ ਆਪਸ਼ਨ ਸੀ ਵੀ ਜਾਂ ਤਾਂ ਪਾਕਿਸਤਾਨ ਚਲ ਜਾਈਏ ਜਾਂ ਕਿਸੇ ਪੱਛਮੀ ਮੁਲਕ 'ਚ ਜਾਈਏ। ਪਾਕਿਸਤਾਨ ਜਿਸ ਤਰ੍ਹਾਂ ਦਾ ਅਸੀਂ ਮਨ 'ਚ ਵਿਚਾਰ ਬਣਾਉਂਦੇ ਸੀ, ਉਸ ਤਰ੍ਹਾਂ ਦੇ ਨਾਲ ਉਹ ਮੰਨਣ ਨੂੰ ਤਿਆਰ ਵੀ ਨਹੀਂ ਸੀ, ਨਾ ਕੋਈ ਸੁਭਾਵਨਾ ਸੀ ਕਿ ਪਾਕਿਸਤਾਨ ਇਸ ਤਰ੍ਹਾਂ ਦੀ ਕੋਈ ਮਦਦ ਕਰੂਗਾ। ਉਦੋਂ ਹਜੇ ਕੋਈ ਵੱਖਰੇ ਰਾਜ ਦਾ ਤਾਂ ਹੈ ਨਹੀਂ ਸੀਗਾ, ਪਹਿਲੇ ਤਾਂ ਇਹੀ ਸੀਗਾ ਵੀ ਕਿਸ ਤਰ੍ਹਾਂ ਦਾ ਜਿਹੜਾ ਕਿਸ ਤਰੀਕੇ ਨਾਲ ਜਿਹੜਾ ਸਿੱਖਾਂ ਦਾ ਸਹਿਬਾਨ ਆ, ਜਿਹੜੀ ਉਹਨਾਂ ਦਾ ਪ੍ਰਾਈਡ ਆ, ਉਹਨਾਂ ਦੀ ਡਿਗਨਿਟੀ ਆ, ਉਹਨਾਂ ਦਾ ਆਨਰ ਆ, ਉਹਨੂੰ ਕਿਸ ਤਰ੍ਹਾਂ ਉੱਤੇ ਚੱਕਣਾ ਹੈਗਾ। ਬਿਲਕੁਲ। ਉਸ ਲਈ ਪਾਕਿਸਤਾਨ ਤਾਂ ਕਿਸੇ ਪੱਖੋਂ ਵੀ ਜੋ ਸਾਡੇ ਕੋਲੇ ਨੌਲੇਜ ਸੀਗੀ ਉਹ ਤਿਆਰ ਨਹੀਂ ਸੀ। ਹਾਂ, ਨਿਊਸੈਂਸ ਵੈਲਿਊ ਕਰਨ ਲਈ ਉਹ ਸੀਗੇ ਵੀ ਕੋਈ ਐਂ ਕਰ ਦੋ ਉਹ ਕਰ ਦੋ, ਉਹ ਅਸੀਂ ਨਹੀਂ ਸੀ ਮੰਨਦੇ। ਸਾਰਿਆਂ ਨਾਲੋਂ ਪੜ੍ਹਿਆ ਲਿਖਿਆ ਵੀ ਉਸ ਵਕਤ ਮੈਂ ਸੀਗਾ। ਫਿਰ ਇਹੀ ਫੈਸਲਾ ਹੋਇਆ ਸੀ ਵੀ ਕਿਸੇ ਪੱਛਮੀ ਮੁਲਕ 'ਚ ਜਾਈਏ। ਫਿਰ ਸਾਰਿਆਂ ਨਾਲੋਂ ਜਿਹੜਾ ਸਹੀ ਦੇਸ਼ ਅਸੀਂ ਚੁਣਿਆ ਸੀਗਾ ਤਾਂ ਅਮਰੀਕਾ ਚੁਣਿਆ ਸੀ। ਉਸ ਕਰਕੇ ਮੈਂ 86 ਦੇ ਸ਼ੁਰੂ ਵਿੱਚ ਮੈਂ ਅਮਰੀਕਾ ਚਲਾ ਗਿਆ ਸੀ, ਤਾਂ ਕਿ ਸਾਨੂੰ ਪਤਾ ਤਾਂ ਲੱਗੇ ਕਿ ਘੱਟੋ ਘੱਟ ਸਿੱਖਾਂ ਦੇ ਕੋਲੇ ਕਿੰਨੀ ਕੁ ਸਪੋਰਟ ਆ, ਵੀ ਇਹ ਸੰਘਰਸ਼ ਨੂੰ ਕਿੰਨਾ ਨੀਹਾਂ ਤੇ ਤੋਰਿਆ ਜਾ ਸਕਦਾ। ਇਸ ਬਾਰੇ ਨੌਲੇਜ ਇਕੱਠੀ ਕਰਨੀ ਸੀ ਕਿ ਜੇ ਪੋਲੀਟੀਕਲੀ ਵੀ ਕੋਈ ਵੋਟ ਚਲਾਉਣੀ ਆ ਮੂਵਮੈਂਟ, ਤਾਂ ਉਹਨੂੰ ਕਿਸ ਤਰ੍ਹਾਂ ਚਲਾਇਆ ਜਾਵੇ। ਜੀ। ਜਿਹੜੀ ਅਮਰੀਕਾ ਦੇ ਵਿੱਚ ਜਾ ਕੇ ਤੁਹਾਡੀ ਅਰੈਸਟ ਪੈਂਦੀ ਆ, ਉਹ ਕਿੰਨੇ ਸਾਲ ਬਾਅਦ ਪੈਂਦੀ ਆ ਜੀ? ਕਿੰਨੇ ਚਿਰ ਬਾਅਦ ਪੈਂਦੀ ਆ? ਉਹ 1.5 ਸਾਲ ਬਾਅਦ ਪੈਂਦੀ ਹੈ। ਇੰਟਰਪੋਲ ਦੀ ਸੀ? ਇੰਟਰਪੋਲ ਕੋਲੇ ਮੇਰੇ ਵਾਰੰਟ ਸੀਗੇ
ਕਿਉਂਕਿ ਉਸ ਦੌਰਾਨ ਵੈਦਿਆ ਦਾ ਵੀ ਕਤਲ ਹੋ ਗਿਆ ਸੀਗਾ ਤੇ ਕਿਸ ਤਰ੍ਹਾਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਇੰਡੀਅਨ ਇੰਟੈਲੀਜੈਂਸ ਨੂੰ ਕਿ ਮੈਂ ਬਾਹਰ ਨਿਕਲ ਗਿਆ। ਇਹ ਜਨਰਲ ਵੈਦਿਆ ਦਾ ਪਹਿਲਾਂ ਹੋਇਆ ਜੀ ਤੁਹਾਡੇ ਲਲਿਤ ਮੇਰੇ ਜਾਣ ਤੋਂ ਬਾਅਦ ਹੋਇਆ। ਨਹੀਂ, ਲਲਿਤ ਮਾਖਨ ਉਹਨਾਂ ਦਾ ਪਹਿਲੇ ਹੋਇਆ। ਤੁਸੀਂ ਪਹਿਲਾਂ ਲਲਿਤ ਮਾਖਨ ਦਾ ਜਿਹੜਾ ਇਹ ਘਟਨਾ ਹੋਈ ਆ, ਕਤਲ ਹੋਇਆ, ਉਸ ਤੋਂ ਬਾਅਦ ਸੁੱਖੇ ਜਿੰਦੇ ਨੇ ਜਨਰਲ ਵੈਦਿਆ ਮਾਰਿਆ। ਹਾਂ, ਉਸ ਤੋਂ ਬਾਅਦ ਮਾਰਿਆ। ਉੱਥੇ ਕਿੰਨੇ ਸਾਲ ਜੇਲ੍ਹ ਚ ਰਹੇ ਜੀ ਅਮਰੀਕਾ ਦੇ ਵਿੱਚ? ਅਮਰੀਕਾ 'ਚ ਮੈਂ 13 ਸਾਲ ਤੋਂ ਉੱਤੇ 14 ਸਾਲ ਦੇ ਕਰੀਬ ਰਿਹਾ। ਇੰਨਾ ਲੰਬਾ ਸਮਾਂ ਉਸ ਜੇਲ੍ਹ ਦੇ ਵਿੱਚ ਰਹਿਣਾ, ਉੱਥੇ ਏਦਾਂ ਦੀ ਕਦੇ ਸੋਚਿਆ ਸੀਗਾ ਕਿ ਜਦੋਂ ਤੁਰੇ ਸੀ ਕਿ ਇਹ ਗੱਲਾਂ ਹੋਣਗੀਆਂ ਜਾਂ ਜ਼ਿੰਦਗੀ ਦੇ ਬਹੁਤ ਕੀਮਤੀ ਸਾਲ ਏਦਾਂ ਖਰਾਬ ਹੋ ਜਾਣਗੇ? ਨਹੀਂ, ਖਰਾਬ ਹੋਣ ਵਾਲਾ ਤਾਂ ਕਦੀ ਸਵਾਲ ਹੀ ਨਹੀਂ ਸੀ, ਨਾ ਇਸ ਤਰ੍ਹਾਂ ਦਾ ਕੋਈ ਦੂਸਰਾ ਵਿਚਾਰ ਸੀ। ਇਹ ਤਾਂ ਪਤਾ ਸੀ ਵੀ ਜਾਂ ਜੇਲ੍ਹ ਹੈ ਜਾਂ ਮਾਰ ਦੇਣਗੇ ਜੀ। ਇਹ ਤਾਂ ਕੋਈ ਦੂਜਾ ਇਸ ਤੋਂ ਬਚਾਉਣ ਵਾਲਾ ਤਾਂ ਕੰਮ ਹੀ ਨਹੀਂ ਸੀ। ਕਦੇ ਪਰਿਵਾਰ ਨੇ ਨਹੀਂ ਰੋਕਿਆ ਸੀਗਾ ਕਿ ਇੱਧਰ ਨੂੰ ਕਿਉਂ ਚਲੇ ਗਏ ਤੁਸੀਂ, ਪਰੇ ਆਪਾਂ? ਨਾ ਪਰਿਵਾਰ ਨਾਲ ਕਦੀ ਵਿਚਾਰ ਹੋਈ ਹੈ ਇਸ ਵਿਸ਼ੇ ਤੇ, ਨਾ ਹੀ ਇਸ ਤਰ੍ਹਾਂ ਦਾ ਕਦੀ ਮੌਕਾ ਉੱਠਿਆ ਕਿ ਉਹ ਰੋਕ ਸਕਣ ਜੀ। ਇਸ ਕਰਕੇ ਫੈਸਲਾ ਮੇਰਾ ਆਪਣਾ ਨਿੱਜੀ ਫੈਸਲਾ ਸੀ, ਪਰ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਦੇ ਨਾਲ ਇਹ ਫੈਸਲਾ ਸੀਗਾ। ਜਿਹੜੇ ਕਦਮ ਚੱਕੇ ਆ ਉਹ ਸੋਚ ਸਮਝ ਕੇ ਚੱਕੇ ਆ। ਸੋਚ ਸਮਝ ਕੇ ਚੱਕੇ। ਜਿਵੇਂ ਕਹਿੰਦੇ ਨੇ ਜੀ ਜੀ ਨੌਜਵਾਨਾਂ ਨੂੰ ਭੜਕਾ ਲਿਆ ਜੀ, ਨੌਜਵਾਨੀ ਭੜਕਾਹਟ ਦੇ ਵਿੱਚ ਆ ਕੇ ਕਰ ਗਈ, ਪਰ ਮੈਂ ਸਮਝਦਾ ਜਿਹੜਾ ਬੰਦਾ ਪੜ੍ਹਿਆ ਲਿਖਿਆ ਉਹ ਏਦਾਂ ਦੀ ਭੜਕਾਹਟ ਵਿੱਚ ਨਹੀਂ ਆਊਗਾ, ਉਹ ਸੋਚ ਸਮਝ ਕੇ ਕਰੂਗਾ। ਭੜਕਾਹਟ ਤਾਂ ਲੋਕਾਂ ਨੂੰ ਆ ਜਾਂਦੀ ਹੈ, ਪਰ ਮੈਨੂੰ ਕੋਈ ਭੜਕਾਹਟ ਨਹੀਂ। ਤੇ ਜੇ ਤੁਸੀਂ ਉੱਥੇ ਇੰਨਾ ਲੰਬਾ ਸਮਾਂ ਕੱਟ ਲਿਆ ਸੀ, ਉਸ ਤੋਂ ਬਾਅਦ ਉੱਥੇ ਜਦੋਂ ਜੇਲ੍ਹ ਚੋਂ ਬਰੀ ਹੋਏ, ਉੱਥੇ ਰਹਿ ਸਕਦੇ ਸੀ ਅਮਰੀਕਾ ਦੇ ਵਿੱਚ ਕਿ ਇੰਡੀਆ ਆਉਣਾ ਪਿਆ? ਨਹੀਂ, ਲੀਗਲੀ ਮੇਰੇ ਕੋਲੇ ਆਪਸ਼ਨ ਸੀਗੀ। ਜਦੋਂ ਮੈਂ ਕੇਸ ਜਿੱਤ ਗਿਆ ਸੀ ਹਵਾਲਗੀ ਦਾ, ਤੁਸੀਂ ਰਹਿ ਸਕਦੇ ਸੀ। ਐਕਸਟ੍ਰੈਡੀਸ਼ਨ ਦਾ ਜਦੋਂ ਕੇਸ ਚੱਲੇ ਨੇ ਕਿ ਸਾਨੂੰ ਇਹ ਬੰਦਾ ਚਾਹੀਦਾ ਜੀ, ਉਹ ਜਿਹੜੇ ਮਤਲਬ ਕਿ ਉਹਨਾਂ ਕੋਲੇ ਸਬੂਤ ਜਾਂ ਜਿਹੜੇ ਵੀ ਚਾਹੀਦੇ ਨੇ ਲੀਗਲ ਪੇਪਰਸ ਜੀ, ਉਹ ਭਾਰਤ ਸਰਕਾਰ ਪੂਰੇ ਕਰ ਨਹੀਂ ਸਕੀ ਸੀ। ਓਕੇ। ਇਸ ਕਰਕੇ ਮੈਂ ਕੇਸ ਚੋਂ ਜੱਜ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਹਵਾਲਗੀ ਲਈ। ਓਕੇ। ਉਸ ਤੋਂ ਬਾਅਦ ਮੇਰੇ ਕੋਲ ਆਪਸ਼ਨ ਸੀਗੀ ਕਿ ਮੈਂ ਥੋੜਾ ਚਿਰ ਹੋਰ ਰਹਿ ਕੇ ਅਸਾਈਲਮ ਲਈ ਜਾਂ ਰਿਫਿਊਜੀ ਕਲੇਮ ਲਈ ਫਾਈਲ ਕਰ ਸਕਦਾ ਸੀ, ਪਰ ਮੈਂ ਉਹ ਚੀਜ਼ ਨੂੰ ਛੱਡ ਕੇ ਇਹੀ ਸੋਚਿਆ ਸੀ ਮੈਂ ਹੁਣ ਇੱਥੇ ਨਹੀਂ ਲੜਨਾ ਕੁਝ ਵੀ, ਮੈਂ ਜਾ ਕੇ ਵਾਪਸ ਪੰਜਾਬ ਜਾਣਾ। ਪੰਜਾਬ ਲਈ ਮੈਨੂੰ ਪਤਾ ਸੀ ਵੀ ਮੈਨੂੰ ਭਾਰਤ ਸਰਕਾਰ ਦਾ ਕਾਨੂੰਨ ਫੇਸ ਕਰਨਾ ਪੈਣਾ ਜੀ, ਤੇ ਉਸ ਲਈ ਮੈਂ ਤਿਆਰ ਹੋ ਕੇ ਆਇਆ ਸੀ। ਤੇ ਜਿਵੇਂ ਤੁਸੀਂ ਦੱਸਿਆ ਕਿ ਉੱਥੋਂ ਤੁਸੀਂ ਰਹਿ ਸਕਦੇ ਸੀ ਉੱਥੇ, ਪਰ ਕਿਉਂ ਮਨ ਚ ਆਇਆ ਕਿ ਪੰਜਾਬ ਹੀ ਜਾਇਆ ਜਾਵੇ? ਉਹਦੇ ਪਿੱਛੇ ਕੋਈ ਐਸੀ ਲੋਕਾਂ ਨੂੰ, ਸਾਡੀ ਕੌਮ ਨੂੰ ਘੱਟੋ ਘੱਟ ਇਹ ਤਾਂ ਹੋਵੇ ਵੀ ਹਾਂ ਯਾਰ ਬੰਦਾ ਸਾਡੇ ਕੌਮ ਦੇ ਲਈ ਐਡਾ ਕਦਮ ਕਰਕੇ ਸਾਡੇ ਵਿੱਚ ਅੱਜ, ਕਦੇ ਇਹਨਾਂ ਨੇ ਕੋਈ ਕਿਸੇ ਤਰੀਕੇ ਦੀ, ਜਿਹੜੇ ਅੱਜ ਸਾਡੇ ਚੌਧਰੀ ਬਣੇ ਫਿਰਦੇ ਆ, ਮੈਂ ਤਾਂ ਸਾਫ਼ ਲਫ਼ਜ਼ਾਂ ਚ ਕਹਿਣਾ ਉਹਨਾਂ ਦੀ, ਜਿਹੜੇ ਸਾਡੇ ਆਗੂ ਕਹਾਉਂਦੇ ਨੇ ਪਰ ਚੌਧਰੀ ਨੇ, ਕਦੇ ਉਹਨਾਂ ਨੇ ਪੁੱਛਿਆ ਕਦੇ ਬਣਦਾ ਮਾਣ? ਨਹੀਂ, ਇਸ ਤਰ੍ਹਾਂ ਦਾ ਕਦੀ ਕੋਈ ਸਵਾਲ ਹੀ ਨਹੀਂ ਉੱਠਿਆਗਾ, ਨਾ ਕਦੀ ਆਪਾਂ ਕਿਸੇ ਤੋਂ ਕੁਝ ਮੰਗਿਆ ਜੀ। ਜੋ ਦਿਲ ਚ ਮੇਰੇ ਆਈ ਸੀ ਮੈਂ ਕੀਤਾ, ਜਿੰਨੇ ਕੁ ਜੋਗੇ ਸੀ ਜੀ, ਤੇ ਮੈਂ ਇਸ ਉਮੀਦ ਨਾਲ ਤਾਂ ਕਦੀ ਕੀਤਾ ਵੀ ਨਹੀਂ ਸੀ ਕਿ ਮੈਨੂੰ ਕੋਈ ਇਹਦਾ ਰਿਵਾਰਡ ਮਿਲੂਗਾ ਜਾਂ ਕੋਈ ਇਨਾਮ ਮਿਲੂਗਾ। ਇਹ ਤਾਂ ਕਦੀ ਸਵਾਲ ਹੀ ਨਹੀਂ ਸੀ। ਇਸ ਕਰਕੇ ਮੇਰਾ ਕੋਈ ਇਹਨਾਂ ਤੋਂ, ਕਿਸੇ ਤੋਂ, ਜਿਨ੍ਹਾਂ ਨੂੰ ਵੀ ਤੁਸੀਂ ਕਹਿੰਦੇ ਆ, ਮੇਰਾ ਇਹਨਾਂ ਦਾ ਕੋਈ ਮਤਲਬ ਨਹੀਂ ਸੀ। ਤੇ ਫਿਰ ਉੱਥੋਂ ਆ ਕੇ ਇੰਡੀਆ ਕਿੰਨੇ ਸਾਲ ਰਹੇ ਜੀ ਜੇਲ੍ਹ 'ਚ? 4 ਸਾਲ ਦੇ ਕਰੀਬ। ਤੇ ਹੁਣ ਕੇਸ ਬਿਲਕੁਲ ਖਤਮ ਹੈ ਜੀ? ਹਾਂ, ਮੈਨੂੰ ਮੇਰੀ ਕੱਟੀ ਤੇ ਸ਼ਰਤਾਂ ਸੀ, ਕਮਿਊਟ ਕਰਦੀ ਸੈਂਟਰ 2009 ਚ। ਇਹ ਤੁਹਾਨੂੰ ਜਿਹੜੀ ਤੁਸੀਂ ਸ਼ਬਦ ਵਰਤਿਆ ਕੱਟੀ, ਮਤਲਬ ਇਹ ਆਮ ਦਰਸ਼ਕਾਂ ਨੂੰ ਨਹੀਂ ਪਤਾ ਇਹਦਾ ਥੋੜਾ ਜਿਹਾ ਕਿਸ ਤਰ੍ਹਾਂ? ਕਿ ਜਿੰਨੀ ਮੈਂ ਸਜ਼ਾ ਭੁਗਤੀ ਸੀ ਉਸ ਤੇ ਸ਼ਰਤਾਂ ਸੀ, ਵੈਸੇ ਮੈਨੂੰ ਉਮਰ ਕੈਦ ਦੀ ਸਜ਼ਾ ਸੀ, ਕਿਉਂਕਿ ਇੰਡੀਆ ਚ ਆ ਕੇ ਇਹਨਾਂ ਦੀਆਂ ਕੋਰਟਾਂ ਨੇ, ਜਿਹੜੀ ਇਹਨਾਂ ਦੇ ਨਿਆਂਪਾਲਕਾਂ ਨੇ, ਇਹਨਾਂ ਨੇ ਮੈਨੂੰ ਕਸੂਰਵਾਰ ਮੰਨਿਆ ਸੀਗਾ ਤੇ ਮੈਨੂੰ ਲਾਈਫ ਦੀ ਉਮਰ ਕੈਦ ਦੀ ਸਜ਼ਾ ਦੇਤੀ ਸੀ। ਉਮਰ ਕੈਦ ਮੀਨ ਕਿ ਪੂਰੀ ਉਮਰ ਹੁੰਦੀ ਆ ਉਹ, ਪਰ ਉਸ ਤਰ੍ਹਾਂ ਦੀਆਂ ਪਰਿਸਥਿਤੀਆਂ ਬਣੀਆਂ ਸੀਗੀਆਂ ਕਿ ਮੈਂ 17 ਸਾਲ ਤੋਂ ਉੱਤੇ 18 ਸਾਲ ਦੇ ਨੇੜੇ ਮੈਂ ਕੱਟ ਚੁੱਕਿਆ ਸੀ। ਜੀ ਜੀ ਜੀ। ਇਸ ਕਰਕੇ ਜਿਹੜਾ ਇਹ ਉਦੋਂ ਸਟੇਟ ਗਵਰਨਮੈਂਟ ਕੋਲ ਇਖਤਿਆਰ ਹੁੰਦਾ ਸੀ, ਦਿੱਲੀ ਉਦੋਂ ਸ਼ੀਲਾ ਦੀਕਸ਼ਿਤ ਸੀਗੀ, ਉਹਨਾਂ ਨੇ ਮੈਨੂੰ ਮਤਲਬ ਕਿ ਜਿੰਨੀ, ਇਹ ਵੈਸੇ ਵੀ 14 ਸਾਲਾਂ ਬਾਅਦ ਲੋਕਾਂ ਦੀ ਰਿਵਿਊ ਹੁੰਦੀ ਆ, ਜਿਹੜੀ ਸਜ਼ਾ ਮਿਲੀ ਹੁੰਦੀ ਆ ਉਹਦੇ ਮੁੜ ਵਿਚਾਰ ਕੀਤਾ ਜਾਂਦਾ,
ਉਸ ਮੁੜ ਵਿਚਾਰ ਵਿੱਚ ਮੇਰੇ ਜਦੋਂ ਮੇਰੀ ਵਾਰੀ ਮੈਨੂੰ ਕਾਫੀ ਚਿਰ ਉਹ ਲਮਕਾਉਂਦੇ ਰਹੇ 6 ਸਾਲ ਲਮਕਾਉਂਦੇ ਰਹੇ ਆ। ਉਸ ਤੋਂ ਬਾਅਦ ਉਹਨਾਂ ਨੇ ਫਿਰ ਜਿੰਨੀ ਮੈਂ ਸਜ਼ਾ ਭੁਗਤ ਚੁੱਕਿਆ ਸੀਗਾ ਉਹਦੇ ਤੇ ਮੈਨੂੰ ਛੱਡਤਾ। ਤੇ ਜਿਹੜੀ ਜਦੋਂ ਲਲਿਤ ਮਾਕੰਦ ਤੁਸੀਂ ਇਹ ਕਤਲ ਕਰਦੇ ਹੋ, ਉਹਨਾਂ ਦੀ ਵਾਈਫ ਵੀ ਨਾਲ ਹੁੰਦੀ ਆ ਹਨਾ ਜੀ, ਉਹਨਾਂ ਦੀ ਵਾਈਫ, ਚਲੋ ਪਰਿਸਥਿਤੀਆਂ ਉਦਾਂ ਦੀਆਂ ਬਣ ਗਈਆਂ ਕਿ ਉਹਨਾਂ ਨੂੰ ਵੀ ਉਹ ਕਰਨਾ ਪੈ ਗਿਆ। ਉਹਨਾਂ ਦਾ ਉਸ ਟਾਈਮ ਉਹਦਾ ਐਡਾ ਸੀਗਾ ਕਿ ਉਹਨਾਂ ਦੇ ਨਾਲ ਟਾਰਗੇਟ ਕਰਨ ਦੇ ਨਾਲ ਕੁਝ ਫਰਕ ਪਿਆ, ਜਿਹੜਾ ਸਿੱਖਾਂ ਦੇ ਲਈ ਇੰਨਾ ਜ਼ਾਲਮਾਨਾ ਤਰੀਕਾ ਉਸ ਟਾਈਮ ਇੰਡੀਆ ਦੇ ਵਿੱਚ ਲੋਕ ਜਾਂ ਸਰਕਾਰਾਂ ਕਰ ਰਹੀਆਂ ਸੀ, ਕੁਝ ਸਟਾਪ ਹੋਇਆ? ਉਹਦੇ ਨਾਲ ਇਹ ਸੀਗਾ ਕਿ ਉਦੋਂ ਜਵਾਬ ਦੇਣਾ ਬਣਦਾ ਹੀ ਸੀਗਾ, ਕਿਉਂਕਿ ਮਾਨਸਿਕ ਤੌਰ ਤੇ ਭਾਵਨਾਤਮਕ ਤੌਰ ਤੇ ਜਿਹੜੇ ਸਿੱਖਾਂ ਦੀ ਭਾਵਨਾ ਸੀ ਉਹ ਬਹੁਤ ਗਿਰ ਚੁੱਕੀ ਸੀ ਜੀ। ਤੇ ਕਿਸ ਤਰ੍ਹਾਂ ਦਾ ਡਰ ਸਮਾ ਗਿਆ ਸੀ ਕਿ ਲੋਕੀ ਜਿਹੜੇ ਸਿੱਖ ਸੀਗੇ ਉਹ ਆਪਣੇ ਘਰਾਂ ਚੋਂ ਨਿਕਲਣਾ ਡਰਨ ਲੱਗ ਗਏ ਸੀ ਦਿੱਲੀ 'ਚ। ਬਿਲਕੁਲ। ਜਿੱਥੋਂ ਤੱਕ ਲਲਿਤ ਮਾਕਨ ਤੇ ਅਰਜਨ ਦਾਸ ਦਾ ਸਵਾਲ ਆ, 2 ਬੰਦੇ ਮਾਰੇ ਸੀ ਦਿੱਲੀ 'ਚ। ਉਹਨਾਂ ਨੇ ਆਪਣੇ ਆਪਣੇ ਇਲਾਕਿਆਂ 'ਚ ਜਿਹੜੀਆਂ ਕੰਸਟੀਚੁਐਂਸੀਆਂ ਸੀਗੀਆਂ, ਮਾਕਨ ਮੈਂਬਰ ਪਾਰਲੀਮੈਂਟ ਸੀ, ਅਰਜਨ ਦਾਸ ਉੱਥੋਂ ਦਾ ਕਾਉਂਸਲਰ ਸੀਗਾ। ਇਹਨਾਂ ਨੇ ਜਿਹੜੇ ਹਜੂਮ ਸੀਗੇ ਉਹਨਾਂ ਹਜੂਮ ਦੀ ਇਹਨਾਂ ਨੇ ਅਗਵਾਈ ਕੀਤੀ ਸੀ। ਇਹਦੇ ਨਾਲ ਇਹ ਹੋਇਆ ਵੀ ਮੁੜ ਕੇ ਉਸ ਤੋਂ ਬਾਅਦ ਸਿੱਖਾਂ ਤੇ ਕਦੀ ਅਟੈਕ ਨਹੀਂ ਹੋਇਆ। ਬਿਲਕੁਲ ਜੀ। ਜਿਹੜੀ ਮੈਂ ਇੱਥੇ ਹੋਈ ਤੁਹਾਡੀ ਗੱਲ ਜੋੜਨਾ ਚਾਹੂੰਗਾ ਜੀ ਕਿ ਜਦੋਂ ਮੈਂ ਇਤਿਹਾਸ ਨੂੰ ਫਰੋਲ ਕੇ ਦੇਖਦਾ, ਜਦੋਂ ਮੈਂ ਪੜ੍ਹਦਾ ਤਾਂ ਪਤਾ ਲੱਗਦਾ ਜਾਂ ਸੁਣਦਾ ਵਾਂ ਕਿ ਸਿੱਖਾਂ ਦੇ ਘਰਾਂ ਨੂੰ ਨਿਸ਼ਾਨੀਆਂ ਲਗਾਈਆਂ ਗਈਆਂ ਸੀ, ਬਕਾਇਦਾ ਦਿੱਲੀ ਦੇ ਵਿੱਚ ਨਿਸ਼ਾਨੀਆਂ ਲਗਾਈਆਂ ਗਈਆਂ, ਤੇ ਜਿਹੜੇ ਚੀਜ਼ਾਂ ਦੇ ਨਾਲ ਸਿੱਖ ਮਾਰੇ ਗਏ ਉਹ ਸੇਮ ਸੀਗੀਆਂ ਪੂਰੀ ਦਿੱਲੀ ਦੇ ਵਿੱਚ। ਜਿੱਦਾਂ ਕਹਿੰਦੇ ਤੇਲ ਦੀਆਂ ਕੇਨੀਆਂ ਸੇਮ ਸੀਗੀਆਂ, ਜਿਹੜੀਆਂ ਰਾੜਾਂ ਨਾਲ ਮਾਰੇ ਗਏ ਉਹ ਰਾੜਾਂ ਸਾਰੇ ਇਲਾਕੇ ਦੇ ਵਿੱਚ ਸੇਮ ਸੀਗੀਆਂ। ਤੇ ਇੱਥੋਂ ਅੱਜ ਦੱਸੋ, ਤੁਹਾਡੇ ਦਾ ਤੁਸੀਂ ਤਾਂ ਇਸ ਚੀਜ਼ ਨੂੰ ਵਾਚਿਆ ਹੰਡਾਇਆ, ਅੱਜ ਦਰਸ਼ਕਾਂ ਨੂੰ ਦੱਸੋ ਕਿ ਉਹ ਕਤਲੇਆਮ ਸੀ, ਦੰਗੇ ਤਾਂ ਨਹੀਂ ਸੀਗੇ ਨਾ? ਜਿਵੇਂ ਦੰਗੇ ਤਾਂ ਜਿਹੜਾ ਹੁੰਦਾ ਨਾ ਵੀ ਦੋਨੋਂ ਧਿਰਾਂ 2 ਗਰੁੱਪ ਲੜੇ ਹੋਣ। ਬਿਲਕੁਲ। ਇਹ ਤਾਂ ਇੱਕ ਗਰੁੱਪ ਨੇ ਦੂਜੇ ਗਰੁੱਪ ਨੂੰ ਮਾਰਿਆ। ਇਹਦੇ ਚ ਗਰੁੱਪ ਦੀ ਬਜਾਏ ਇਹ ਕਹਿ ਲਓ ਵੀ ਇੱਕ ਧਰਮ ਦੇ ਲੋਕਾਂ ਨੇ ਦੂਜੇ ਧਰਮ ਦੇ ਲੋਕਾਂ ਨੂੰ ਮਾਰਿਆ। ਉਹ ਇਸ ਕਰਕੇ ਮਾਰਿਆ ਵੀ ਉਹ ਇੱਕ ਆਪਣੀ ਵੱਖਰੀ ਪਛਾਣ ਰੱਖਦੇ ਸੀ। ਇਹ ਗੱਲ ਸਹੀ ਹੈ ਜੀ। ਫਿਰ ਵੀ ਜਿਹੜੀਆਂ ਇਹ ਚੀਜ਼ਾਂ ਸੇਮ ਸੀਗੀਆਂ ਸਾਰੇ, ਜਿੱਦਾਂ ਕਹਿ ਸਕਦੇ ਆ ਹਥਿਆਰ। ਇਹ ਤਾਂ ਨਹੀਂ ਮੈਨੂੰ ਮੈਂ ਇੰਨਾ ਡੰਗਾਈ ਚ ਨਹੀਂ ਦੇਖਿਆਗਾ, ਪਰ ਇਹ ਜ਼ਰੂਰ ਆ ਵੀ ਇਹ ਯੋਜਨਾਬੰਦ ਤਰੀਕੇ ਨਾਲ ਹੋਇਆ ਸੀ। ਕਿਉਂਕਿ 31 ਨੂੰ ਸਾਰਾ ਦਿਨ ਤਾਂ ਸ਼ਾਂਤੀ ਰਹੀ, ਕੋਈ ਕਿਸੇ ਨਾਲ ਕੁਝ ਨਹੀਂ ਸੀ। ਹੁਣ ਦੁਬਾਰਾ ਮਤਲਬ ਕਿ ਫਰਵਰੀ ਦੇ ਵਿੱਚ ਕਾਫੀ ਹੱਦ ਤੱਕ ਮੁਸਲਮਾਨਾਂ ਨਾਲ ਵੀ ਐਂ ਹੋਇਆ। ਬਿਲਕੁਲ। ਜਿਹੜਾ ਈਸਟ ਦਿੱਲੀ ਵਿੱਚ ਹੋਇਆ, ਹਾਂ, ਉਹ ਵੀ ਉਹਨਾਂ ਨੂੰ ਨਿਸ਼ਾਨਦੇਹੀ ਸੀਗੀ ਵੀ ਕਿਹੜਾ ਮੁਸਲਮਾਨਾਂ ਦਾ ਘਰ ਆ। ਜਿਵੇਂ ਇਹਦੇ ਚ ਸੀਗਾ ਵੀ ਕਿਹੜਾ ਸਿੱਖਾਂ ਦਾ ਘਰ ਆ। ਮੈਂ ਅੱਜ ਸਵੇਰੇ ਇੱਕ ਮਾਤਾ ਜੀ ਦੀ ਇੰਟਰਵਿਊ ਸੁਣ ਰਿਹਾ ਸੀਗਾ। ਉਹ ਮਾਤਾ ਜੀ ਦਾ ਬੇਟਾ 19 ਸਾਲ ਦਾ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਾਰਿਆ ਗਿਆ, ਜਗਦੀਸ਼ ਕੌਰ ਜੀ ਮਾਤਾ, ਤੇ ਉਹਨਾਂ ਦੇ ਹਸਬੈਂਡ ਵੀ। ਉਹਨਾਂ ਨੇ ਦੱਸਿਆ ਕਿ ਸਾਡੇ ਇੱਥੇ ਪਿੱਛੇ ਸਾਗਰਪੁਰਾ ਵਾ, ਉੱਥੇ ਕਹਿੰਦੇ ਵੀ ਉਸ ਹਜੂਮ ਨੇ ਛੋਟੇ ਛੋਟੇ ਬੱਚੇ, ਉਹਨਾਂ ਦੀਆਂ ਮਾਵਾਂ ਮਿਹਨਤਾਂ ਕਰਦੀਆਂ ਸੀ ਵੀ ਇਹਨਾਂ ਨੂੰ ਤਾਂ ਛੱਡ ਦਿਓ, ਸਿੱਖਾਂ ਦੀਆਂ ਬੱਚਿਆਂ ਨੂੰ ਉਹ ਕਹਿੰਦੇ ਗਲ ਵੱਢ ਕੇ ਉਹਨਾਂ ਦੇ ਪਲੇਟਾਂ ਦੇ ਵਿੱਚ ਪਾ ਕੇ ਉਹਨਾਂ ਦੇ ਮੂਹਰੇ ਰੱਖੇ। ਕੱਲਾ ਇਹੀ ਨਹੀਂਗਾ, ਤੁਸੀਂ ਹਜੇ ਤਾਂ ਇਸ ਬਾਰੇ ਜਿਹੜਾ ਕਤਲੇਆਮ ਹੋਇਆ ਨਾ ਜੀ, ਇਹਦੇ ਬਾਰੇ ਪੂਰਾ ਜਾਣਕਾਰੀ ਸਾਹਮਣੇ ਨਹੀਂ ਆਈ। ਮੈਂ ਇੱਕ ਵਾਰੀ ਕਿਸੇ ਮਿਲਟਰੀ ਪਰਿਵਾਰ ਦੇ ਘਰੇ ਬੈਠਾ ਸੀਗਾ ਜੀ, ਕਾਫੀ ਸੀਨੀਅਰ ਆਫੀਸਰ ਸੀਗੇ ਜੀ ਮਿਲਟਰੀ ਦੇ ਵਿੱਚ। ਇਹ ਬਹੁਤੀ ਦੇਰ ਦੀ ਗੱਲ ਨਹੀਂ, ਕੁਝ ਸਾਲਾਂ ਦੀ ਗੱਲ ਆ। ਮੈਂ ਇੱਥੇ ਕਿਸੇ ਯੂਨੀਵਰਸਿਟੀ ਵਿੱਚ ਡੀਨ ਦੇ ਘਰੇ ਬੈਠਾ ਸੀ, ਉਹਦੇ ਰਿਸ਼ਤੇਦਾਰ ਸੀ, ਉਹ ਵੀ ਮਿਲਟਰੀ ਪਰਿਵਾਰ ਆ ਜਿਹੜਾ ਡੀਨ ਦਾ। ਜੀ ਜੀ। ਉਹਨਾਂ ਨੇ ਕਿਹਾ ਵੀ ਕੱਲਾ ਸਾਨੂੰ ਟ੍ਰੇਨਾਂ ਚੋਂ ਲਾ ਕੇ ਵਰਦੀ ਵਾਲਿਆਂ ਨੂੰ ਵੱਢਿਆ ਨਹੀਂਗਾ, ਰੋਡਾ ਨਾਲ ਨਹੀਂ ਮਾਰਿਆ। ਜਿਹੜੇ ਉਸ ਘਟਨਾਕ੍ਰਮ ਦੇ ਵਿੱਚ ਕਤਲੇਆਮ ਚ ਇੰਜਰਡ ਹੋ ਗਏ, ਜਿਨ੍ਹਾਂ ਜ਼ਖਮੀ ਹੋ ਗਏ ਜੀ, ਉਹ ਜਦੋਂ ਮਿਲਟਰੀ ਹਸਪਤਾਲਾਂ ਚ ਗਏ ਨੇ ਜੀ, ਉੱਥੇ ਵੀ ਬੰਦੇ ਮਾਰੇ ਗਏ ਨੇ। ਸਿੱਖ ਨੌਜਵਾਨ, ਸਿੱਖ, ਹਾਂ, ਸਿੱਖ ਹੀ ਗਏ ਹਸਪਤਾਲਾਂ ਚ। ਬਿਲਕੁਲ ਜੀ। ਜਿਹੜੇ ਫੌਜੀਆਂ ਦੇ ਨਾਲ ਦੇ ਦੂਜੇ ਹਿੰਦੂ ਫੌਜੀ ਜਾਂ ਹੋਰ ਫੌਜੀ ਸੀਗੇ ਹੋਰ ਧਰਮਾਂ ਦੇ ਜਾਂ ਕਿਵੇਂ ਆ, ਉਹਨਾਂ ਨੇ ਕਿਸੇ ਤਰ੍ਹਾਂ ਵੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਆਪਣੇ ਅਫਸਰਾਂ ਨੂੰ ਜਾਂ ਨਾਲ ਦਿਆਂ ਨੂੰ ਬਚਾ ਲਈਏ। ਇਹ ਕਿਸ ਤਰ੍ਹਾਂ ਦੀ, ਕਿਉਂਕਿ ਇੰਨਾ ਪ੍ਰਘਾਟ ਜਿਹੜੀ ਸੀਗੀ
ਸੰਚਾਰ ਮਾਧਿਅਮ ਨੇ ਤੇ ਉਸ ਟਾਈਮ ਤੇ ਤਾਂ ਸਰਕਾਰੀ ਹੁੰਦੇ ਸੀ ਸਾਰੇ, ਜੀ ਉਹਨਾਂ ਨੇ ਇਦਾਂ ਦੀ ਮਤਲਬ ਕਿ ਸਾਰੀ ਦ੍ਰਿਸ਼ ਹੀ ਪੈਦਾ ਕਰਤਾ ਸੀ ਵੀ ਸਿੱਖ ਜਿਹੜੇ ਹੈਗੇ ਆ ਇੱਕ ਭਿਆਨਕ ਚਿਹਰਾ ਹੈਗਾ ਜੀ। ਤੇ ਇਹਨਾਂ ਨੂੰ ਮਾਰਨਾ ਹੀ ਬਣਦਾ। ਉਸ ਸਮੇਂ ਦਾ ਮੈਂ ਜਿੱਥੇ ਤੱਕ ਮੈਂ ਵਾਚਿਆ ਪੜਿਆ ਕਿ ਆਕਾਸ਼ਵਾਣੀ ਦੇ ਉੱਤੇ ਤੇ ਟੀਵੀ ਦੇ ਉੱਤੇ ਵੀ ਸਾਰਾ ਦਿਨ ਇਹ ਨਾਰੇ ਲੱਗਦੇ ਰਹੇ ਕਿ ਖੂਨ ਦਾ ਬਦਲਾ ਖੂਨ, ਇਹ ਬਕਾਇਦਾ ਰਿਕਾਰਡਡ ਹੈ ਜੀ। ਤੇ ਇਹ ਬੜਾ ਵਾਕਈ ਹੀ ਇੱਥੇ ਸੋਚਣਯੋਗ ਆ ਕਿ ਇੰਨਾ ਹੀ ਕਿਉਂ ਸਿੱਖਾਂ ਦੇ ਨਾਲ ਹੀ ਉਸ ਕਿਉਂ। ਤੋਂ ਪਹਿਲਾਂ ਵੀ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਲਾ ਨੇ ਤੇ ਸੰਤ ਲੰਗੋਵਾਲ ਤੇ ਇਹਨਾਂ ਦੀ ਡਿਕਟੇਟਰ ਮਤਲਬ ਕਿ ਇਹ ਡਿਕਟੇਟਰ ਸੀ ਮੋਰਚੇ ਦੇ, ਜੀ ਇਹਨਾਂ ਦੀ ਰਹਿਨਮਾਈ 'ਚ ਜਦੋਂ ਸਿੱਖ ਸੰਘਰਸ਼ ਚੱਲ ਰਿਹਾ ਸੀ, ਜੀ ਉਹ ਸੀਗਾ ਤਾਂ ਸਾਰੇ ਪੰਜਾਬ ਦੀਆਂ ਮੰਗਾਂ ਲਈ, ਵੱਧ ਅਧਿਕਾਰਾਂ ਦਾ ਮੁੱਖ ਮਸਲਾ ਸੀ, ਪਾਣੀਆਂ ਦਾ ਮੁੱਖ ਮਸਲਾ ਸੀ, ਜੀ ਹੋਰ ਮਸਲੇ ਸੀ, ਜਿਹਦੇ ਕਰਕੇ ਇੱਕ ਤਾਂ ਸਿੱਖਾਂ ਦੀ ਵੱਖਰੀ ਪਛਾਣ ਦਾ ਹੀ ਮਸਲਾ ਸੀ। ਪਰ ਉਹਨੂੰ ਜਿਹੜਾ ਉਸ ਟਾਈਮ ਤੇ ਮੀਡੀਆ ਸੀਗਾ, ਜੀ ਜਿੰਨਾ ਵੀ ਮੀਡੀਆ ਸੀਗਾ ਇੰਡੀਆ ਦਾ, ਉਹਨਾਂ ਨੇ ਉਹਨੂੰ ਇੱਕ ਤਰ੍ਹਾਂ ਦੇ ਨਾਲ ਸਿੱਖ ਵੱਖਵਾਦ ਨਾਲ ਜੋੜਤਾ ਸੀ। ਕਨਵਰਟ ਕਰਤਾ ਇੱਧਰ ਨੂੰ। ਹਾਂ ਵੀ ਇਹ ਦੇਰ ਮਤਲਬ ਕਿ ਇਹ ਸਿਰਫ ਤੇ ਸਿਰਫ ਹਿੰਦੂਆਂ ਨੂੰ ਖਤਮ ਕਰਨਾ ਚਾਹੁੰਦੇ ਆ। ਜੀ ਕਦੇ ਮੇਲ ਹੋਇਆ ਸੀ ਸੰਤਾਂ ਨਾਲ? ਨਹੀਂ, ਮੈਂ ਨਹੀਂ ਕਰੀ। ਤੁਸੀਂ ਨਹੀਂ ਹੋ? ਹਾਂ, ਨਾ ਮੈਂ ਤੁਸੀਂ ਦੇਖਿਆ ਤਾਂ ਕਦੇ। ਜਿਹੜਾ ਇਹ ਘਟਨਾ ਕੀਤੀ ਤਾਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਹੀ ਇਹ ਸੋਚਿਆ ਸੀ ਕਿ ਬਾਅਦ ਉਹ ਤੋਂ ਬਾਅਦ ਸੋਚ ਡਿਵੈਲਪ ਹੋਈ ਆ। ਤੇ ਅੱਜ ਮੈਂ ਜੇ ਪੁੱਛਾਂ ਤਾਂ ਚਲੋ ਹੈ ਤਾਂ ਪਰਸਨਲ ਸਵਾਲ ਆ, ਫੈਮਿਲੀ ਕਿੱਦਾਂ ਚੱਲ ਰਹੀ ਆ, ਪਰਿਵਾਰ ਕਿੱਦਾਂ ਸੈੱਟ ਹੈ? ਮੇਰੀ ਵਾਈਫ ਹੈ ਸਰਬਜੋਤ ਕੌਰ, ਜੀ ਮੇਰੀ ਛੋਟੀ 10 ਸਾਲ ਦੀ ਬੇਟੀ ਆ ਗਨੀਵ ਕੌਰ। ਪਾਪਾ ਜੀ ਪਿਛਲੇ ਸਾਲ ਗੁਜ਼ਰ ਗਏ ਸੀਗੇ, ਮਦਰ ਪਹਿਲੇ ਗੁਜ਼ਰ ਗਏ ਸੀ। ਭੈਣ ਭਰਾ ਆਪੋ ਆਪਣੀ ਥਾਂ ਤੇ ਨੇ, ਵੱਡੇ ਨੇ ਮੈਨੂੰ। ਤੇ ਪਰਿਵਾਰ ਨੇ ਤੁਸੀਂ ਮੈਰਿਜ ਫਿਰ ਕਿਹੜੇ ਕਦੋਂ ਉੱਥੋਂ ਆ ਕੇ ਮੈਂ 2004 ਚ ਕਰਾਈ ਸੀ। ਉਦੋਂ ਮੇਰੇ ਕੋਲੇ ਇੱਕ ਟੁੱਟਵੀਂ ਜ਼ਮਾਨਤ ਸੀਗੀ, ਉਹਦੇ ਵਿੱਚ ਕਰਾਈ ਸੀ। ਓਕੇ ਓਕੇ। ਮੈਨੂੰ ਪੱਕੀ ਜ਼ਮਾਨਤ ਨਹੀਂ ਕਰੀ ਦਿੱਤੀ ਇਹਨੇ। ਤੇ ਜੇ ਦੇਖਿਆ ਜਾਵੇ ਹੁਣ ਤੁਸੀਂ ਇੱਕ, ਮੈਂ ਇੱਥੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਰਣਜੀਤ ਸਿੰਘ ਕੁੱਕੀ ਗਿੱਲ ਜੀ ਨੇ ਇੱਕ ਕਿਤਾਬ ਵੀ ਲਿਖੀ ਆ ਜਿਹੜੀ ਕਿ ਮੈਂ ਦਿਖਾਉਣੀ ਚਾਹੁੰਦਾ। ਇਸ ਸਮੇਂ ਜਿਹੜਾ ਪੂਰਾ ਪੰਜਾਬ ਦਾ ਕਿਸਾਨ ਆ ਜਿਹੜਾ ਉਹ ਸੜਕਾਂ ਤੇ ਬੈਠਾ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਉਦੋਂ ਮਹਿਸੂਸ ਕੀਤਾ ਕਿ ਸਿੱਖਾਂ ਦੇ ਨਾਲ ਹੀ ਕਿਉਂ, ਪਰ ਅੱਜ ਸਾਰੇ ਮਹਿਸੂਸ ਕਰਦੇ ਆ ਕਿ ਪੂਰੇ ਪੰਜਾਬ ਨਾਲ ਹੀ ਕਿਉਂ। ਸਿੱਖਾਂ ਨੂੰ ਤਾਂ ਟਾਰਗੇਟ ਕੀਤਾ ਹੀ ਜਾਂਦਾ, ਪਰ ਅੱਜ ਪੂਰਾ ਪੰਜਾਬ ਨੂੰ ਖਤਮ ਕਰਨ ਲੱਗੇ ਹੋਏ ਨੇ। ਪਹਿਲਾਂ ਹਰੀ ਕ੍ਰਾਂਤੀ ਦੇ ਕੇ ਪੰਜਾਬ ਤੋਂ ਪੂਰਾ ਭਾਰਤ ਦਾ ਅਨਾਜ ਪੂਰਾ ਕਰਾ ਲਿਆ। ਉਸ ਤੋਂ ਬਾਅਦ ਪਾਣੀ ਸਾਡੇ ਖਤਮ ਕਰਤੇ, ਪੰਜਾਬ ਦੇ ਹੱਥ ਖੋਲੇ ਪਾਣੀਆਂ ਦੇ। ਅੱਜ ਪਾਣੀਆਂ ਨੂੰ ਕਨਵਰਟ ਕਰਕੇ ਕਿਤੇ ਹੋਰ ਲਿਜਾਣ ਦੀ ਤਿਆਰੀ ਹੋ ਰਹੀ ਆ। ਉਸੇ ਕਿਸਾਨ ਦੀ ਕਿਸਾਨੀ ਦੇ ਉੱਤੇ ਕੁੱਕੀ ਗਿੱਲ ਜੀ ਨੇ ਕਿਤਾਬ ਲਿਖੀ ਆ। ਸਰ ਕਰਤੀ ਇਹ ਪਬਲਿਸ਼ ਕਰਤੀ? ਹਾਂਜੀ, ਇਹ 31 ਤਰੀਕ ਨੂੰ ਜਿਹੜੀ ਗਦਰੀ ਬਾਬਿਆਂ ਦਾ ਮੇਲਾ ਸੀ ਉੱਥੇ ਰਿਲੀਜ਼ ਹੋਈ। ਜਿਹੜਾ ਅੱਜ ਮੈਂ ਚਲੰਤ ਮੁੱਦਾ ਜਿਹੜਾ ਚੱਲਦਾ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਜੇ ਗੱਲ ਕਰਾਂ ਤੇ ਕਿਸਾਨੀ ਦੇ ਇਹ ਵੱਡੇ ਵੱਡੇ ਲੀਡਰ ਬੀਜੇਪੀ ਦੇ ਬਹੁਤ ਸਾਰੇ ਕਹਿੰਦੇ ਜੀ ਕਿਸਾਨਾਂ ਦੇ ਇਸ ਦਾ ਆਮਦਨ ਦੁੱਗਣੀ ਕਰਨੀ ਹੈ ਜੀ, ਇਹਨਾਂ ਦੇ ਹੱਕ ਦੇ ਵਿੱਚ। ਕਿੱਦਾਂ ਤੁਹਾਡੀ, ਤੁਸੀਂ ਇਸ ਚੀਜ਼ ਨੂੰ ਦੇਖਿਆ ਪੜ੍ਹਿਆ ਸਾਰਾ, ਕਿੱਦਾਂ ਲੱਗਦਾ ਕਿ ਕਿਉਂ ਕੀਤਾ ਜਾ ਰਿਹਾ? ਇਹ ਹੈਗਾ ਤਾਂ ਵੈਸੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਦਬਾਅ ਥੱਲੇ ਆ, ਪਰ ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਇਹਨੇ 2014 ਦੀ ਇਲੈਕਸ਼ਨਸ ਵੇਲੇ ਇਹ ਪਬਲਿਕ ਤੌਰ ਤੇ ਐਲਾਨ ਕੀਤਾ ਸੀ ਵੀ ਮੈਂ 2022 ਤੱਕ ਕਿਸਾਨਾਂ ਦੀ ਜਿਹੜੀ ਸਮਰੱਥਾ ਹੈਗੀ ਆ ਉਹ ਆਰਥਿਕ ਤੌਰ ਤੇ ਦੁੱਗਣੀ ਕਰ ਦੂੰਗਾ। ਜੀ ਉਹ ਦੁੱਗਣੀ ਕਿਸ ਤਰ੍ਹਾਂ ਕਰ ਦੇਣਗੇ, ਕਿਵੇਂ ਹੋਊਗੀ, ਜਾਂ ਕਿਸਾਨਾਂ ਨੂੰ ਕੁਝ ਦੱਸਿਆ ਗਿਆ ਹੋਵੇ, ਇਦਾਂ ਦਾ ਕੋਈ ਵੀ ਜਰੀਆ ਅਪਣਾਇਆ ਨਹੀਂ ਗਿਆ। ਦੱਸਿਆ ਨਹੀਂ ਸੀ ਨਾ ਕੀਤਾ ਗਿਆ ਕੁਝ, ਨਾ ਕੋਈ ਇਸ ਤਰ੍ਹਾਂ ਦੇ ਫੰਡ ਮੁਹੱਈਆ ਕੀਤੇ ਗਏ ਕਿ ਜਿਹੜੀਆਂ ਕਿਸਾਨਾਂ ਦੀਆਂ ਲੰਮੇ ਚਿਰ ਤੋਂ ਸਮੱਸਿਆਵਾਂ ਤੁਰੀਆਂ ਆ ਰਹੀਆਂ ਸੀ ਉਹਨਾਂ ਵੱਲ ਧਿਆਨ ਦਿੱਤਾ ਗਿਆ। ਜਦੋਂ ਇਹ ਦੇਖਿਆ ਕਿ ਇਹ ਤਾਂ ਮਤਲਬ ਕਿ ਸੁਪਨਾ ਸੀਗਾ, ਇਹ ਸੁਪਨਾ ਟੁੱਟ ਗਿਆ, ਉਹਨਾਂ ਨੇ ਨਵੇਂ ਕਾਨੂੰਨ ਜਿਹੜੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਦਬਾਅ ਥੱਲੇ ਲਿਆਂਦੇ ਨੇ, ਉਹ ਚਾਣਚੱਕ ਕਰੋਨਾ ਵਾਇਰਸ ਦਾ ਫਾਇਦਾ ਲੈ ਕੇ ਇਸ ਜਿਹੜਾ ਸੀਗਾ ਮਹਾਮਾਰੀ ਦਾ ਦੌਰ ਇਹਦੇ ਚ ਉਹਨਾਂ ਨੇ ਲਾਗੂ ਕੀਤੇ ਨੇ। ਇਹਦੇ ਬਾਰੇ ਵੀ ਕਿਸੇ ਤਰ੍ਹਾਂ ਕਿਸਾਨਾਂ ਨੂੰ ਸਿੱਖਿਅਤ ਨਹੀਂ ਕੀਤਾ ਗਿਆ ਕਿ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਇਹਨਾਂ ਦਾ ਸਾਹਮਣਾ ਕਰੋਗੇ।
ਬਿਲਕੁਲ ਇੱਕ ਕਾਨੂੰਨ ਬਣ ਜਾਣ ਨਾਲ, ਕਾਨੂੰਨ ਮਤਲਬ ਕਿ ਇਹ ਆ ਵੀ ਲਾਗੂ ਹੋਣਾ ਜਾਂ ਡੰਡੇ ਦੇ ਜ਼ੋਰ ਨਾਲ ਲਾਗੂ ਤਾਂ ਹੋ ਜਾਊਗਾ, ਜੀ ਪਰ ਜਿਨ੍ਹਾਂ ਤੇ ਲਾਗੂ ਹੋਣਾ ਕਿ ਉਹਨਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੈ, ਜੀ ਉਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਗਿਆ। ਹੁਣ 2 ਵਾਰਤਾਲਾਪਾਂ ਕਿਸਾਨ ਲੀਡਰਾਂ ਦੀਆਂ ਹੋ ਚੁੱਕੀਆਂ ਨੇ ਕੇਂਦਰੀ ਮੰਤਰੀਆਂ ਨਾਲ, ਬਿਲਕੁਲ ਉਹਦੇ ਚ ਵੀ ਇਹ ਕੁਝ ਵੀ ਇਸ ਤਰ੍ਹਾਂ ਦਾ ਸਾਹਮਣੇ ਨਹੀਂ ਆਇਆ ਜੀ ਕਿ ਇਸ ਮੁੱਦੇ ਤੇ ਕੋਈ ਉਹਨਾਂ ਦੀ ਜਾਣਕਾਰੀ ਸਾਂਝੀ ਹੋਈ ਹੋਵੇ ਜਾਂ ਇਹ ਮੁੱਦਿਆਂ ਤੇ ਡਿਸਕਸ ਕੀਤਾ ਗਿਆ ਹੋਵੇ। ਕੋਈ ਹੱਲ ਕੱਢਣ ਦੀ ਵੀ ਕੋਸ਼ਿਸ਼ ਕੀਤੀ। ਹਾਂ, ਸਿਰਫ ਇਹ ਹੈ ਵੀ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਉਲਝਾ ਲਿਆ ਕਿ ਉਹ ਸਿਰਫ ਇੱਕ ਮੁੱਦਾ ਹੀ ਲੈ ਕੇ ਫਿਰ ਰਹੇ ਆ ਕਿ ਜੀ ਜਿਹੜੀ ਸਾਡੀ ਮਿਨੀਮਮ ਸਪੋਰਟ ਪ੍ਰਾਈਸ ਹੈ, ਜਿਹੜਾ ਮਤਲਬ ਕਿ ਹੋਣੀ ਚਾਹੀਦੀ ਹੈ, ਸਾਡਾ ਮੁੱਲ ਜਿਹੜਾ ਹੈਗਾ ਜੀ ਸਾਨੂੰ ਉਹ ਮਿਲੇ। ਉਹ ਸਵਾਮੀਨਾਥਨ ਕਮਿਸ਼ਨ ਦਾ ਵੀ ਭੁੱਲ ਗਏ ਆ ਕਿ ਜਿਹੜਾ 1.5 ਗੁਣਾ ਘੱਟੋ ਘੱਟ ਸਾਡੀ ਲਾਗਤ ਮੁੱਲ ਤੋਂ ਵੱਧ ਮਿਲੇ ਮਿਲੇ ਜਾਂ ਇਸ ਤਰ੍ਹਾਂ ਮਿਲੇ। ਉਹ ਇੱਕ ਆਪੋ ਧਾਵਾ ਜੀ ਜਿਹੜੀ ਕਿ ਆਮ ਕਿਸਾਨ ਨੂੰ ਹੋਰ ਦੁਬਿਧਾ ਚ ਪਾਊਗੀ। ਇਹ ਜਿਹੜੀ ਐਮਐਸਪੀ ਦੇ ਪਿੱਛੇ ਹੁਣ ਕਿਸਾਨ ਰਿੰਗਦਾ 2.5-3 ਮਹੀਨਿਆਂ ਤੋਂ ਹੁਣ ਇਹ ਇੰਨੀ ਕੁ ਲੜਾਈ ਤੇ ਜੇ ਰਹਿ ਗਏ ਤਾਂ ਇਸ ਉਹਨਾਂ ਦਾ ਐਮਐਸਪੀ ਤਾਂ ਪਹਿਲਾਂ ਮਿਲਦੀ ਸੀਗੀ ਜੀ, ਫਿਰ ਨਹੀਂ ਉਹ ਤਾਂ ਜ਼ਬਾਨੋ ਜ਼ਬਾਨੀ ਆ, ਉਹਦਾ ਕੋਈ ਕਾਨੂੰਨ ਨਹੀਂ ਹੈਗਾ ਜੀ ਵੀ ਇੰਨੇ ਤੇ ਮਿਲਣੀ ਆ। ਦੋ ਜਿਹੜੇ ਮਤਲਬ ਕਿ ਸਿਰਫ 6% ਇਲਾਕੇ ਦੇ ਵਿੱਚ ਇੰਡੀਆ ਦੇ ਐਮਐਸਪੀ ਚੱਲਦੀ ਆ, ਜੀ ਉਹਦੇ 2-3% ਪੰਜਾਬ ਦਾ, ਜੀ 1-2% ਯੂਪੀ, ਵੈਸਟਰਨ ਯੂਪੀ ਆ ਤੇ ਬਾਕੀ ਹਰਿਆਣਾ। ਜੀ ਬਾਕੀ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਐਮਐਸਪੀ ਨਹੀਂ ਹੈਗੀ ਜਿਹਨੂੰ ਆਪਾਂ ਕਹਿੰਦੇ ਵੀ ਜਿੰਨਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਚਾਹੀਦਾ ਹੈਗਾ। ਜੀ ਇਸ ਮੁੱਦੇ ਨੂੰ ਮਤਲਬ ਕਿ ਕੋਈ ਇਹ ਨਹੀਂਗਾ ਕਿ ਇਹੀ ਇਕੱਲਾ ਹੱਲ ਆ। ਉੱਜੜ ਜੂ ਐਸਾ ਮਤਲਬ ਪੰਜਾਬ ਦੀ, ਜੇ ਇਹ ਨਾ ਬਿੱਲ ਕਿਸਾਨਾਂ ਦਾ ਕਹਿਣਾ ਕਿ ਉੱਜੜ ਜੂ ਪੰਜਾਬ, ਅਸੀਂ ਖਤਮ ਹੋ ਜਾਾਂਗੇ, ਉਹਨਾਂ ਦਾ ਡਰ ਜਾਇਜ਼ ਹੈ ਜੀ? ਨਹੀਂ, ਐ ਕਿਸੇ ਦੇ ਕੀਤਿਆਂ ਤਾਂ ਕੌਣ ਉੱਜੜਦਾ, ਜੀ ਪਰ ਇਹ ਹੈ ਵੀ ਆਰਥਿਕ ਤੌਰ ਤੇ ਕਾਫੀ ਕਿਸਾਨ ਕਮਜ਼ੋਰ ਹੋ ਜਾਊਗਾ, ਕਿਉਂਕਿ ਜਿਹੜੀ ਅੰਤਰਰਾਸ਼ਟਰੀ ਦਬਾਅ ਥੱਲੇ ਕੀਤਾ ਗਿਆ ਜੀ ਉਹਦੇ ਵਿੱਚ ਮਤਲਬ ਕਿ ਘੱਟੋ ਘੱਟ ਸਮਰਥਨ ਮੁੱਲ ਦਾ ਕੋਈ ਜ਼ਿਕਰ ਨਹੀਂ ਹੈ। ਬਿਲਕੁਲ ਉਹ ਅੱਜ ਨਹੀਂ ਤਾਂ ਕੱਲ ਖਤਮ ਹੋ ਜਾਣਾ। ਜੇ ਮੈਂ ਤੁਹਾਨੂੰ ਪੁੱਛਾਂ ਕਿ ਇਹ ਜੇ ਬਿੱਲ ਵਾਪਸ ਲੈ ਲੈਣਗੇ ਸਰਕਾਰ ਤੇ ਕੋਈ ਰੁੱਖ ਲੱਗਦਾ ਇਦਾਂ ਦਾ? ਨਹੀਂ, ਇਸ ਤਰ੍ਹਾਂ ਦਾ ਕੋਈ ਨਹੀਂ ਲੈ ਜੋ ਇਹਨਾਂ ਦੀ ਇਤਿਹਾਸ ਹੈ ਮੋਦੀ ਦਾ, ਜੀ ਕਦੀ ਹਜੇ ਤੱਕ ਗੁਜਰਾਤ ਦੇ ਪੰਜਾਬੀ ਮੋਸਟਲੀ ਸਿੱਖ ਕਿਸਾਨਾਂ ਦਾ ਮੁੱਦਾ ਪਿਆ, ਜੀ ਉਹ ਭਾਵੇਂ ਉਹ ਹਾਈ ਕੋਰਟ 'ਚ ਆਪਣਾ ਮੁੱਦਾ ਹੱਕਾਂ ਦਾ ਜਿੱਤ ਗਏ ਸੀ, ਜੀ ਉਹ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ 'ਚ ਲਾਗੂ ਕੀਤਾ ਹੋਇਆ। ਜੀ ਅਕਾਲੀ ਦਲ ਵੀ ਬਹੁਤ ਚਿਰ ਉਸ ਤੇ ਚੁੱਪ ਰਿਹਾ, ਬਿਲਕੁਲ ਕਾਂਗਰਸ ਵੀ ਚੁੱਪ ਰਹੀ ਆ, ਉਹ ਹਜੇ ਵੀ ਕੇਸ ਚੱਲ ਰਿਹਾ। ਉਹ ਅਜਾੜੇ ਦਾ ਕੇਸ ਆ ਵੀ ਜਦੋਂ ਗੁਜਰਾਤ ਆਬਾਦ ਹੋ ਗਿਆ ਕਿਸਾਨੀ ਪੱਖੋਂ, ਇਹਨਾਂ ਨੂੰ ਬਾਹਰ ਕੱਢ ਦੋ। ਜੀ ਪਹਿਲੇ ਲੈ ਕੇ ਗਏ ਆ, ਜਿਸ ਤਰ੍ਹਾਂ ਯੂਪੀ 'ਚ ਹੋਇਆ, ਜੀ ਯੂਪੀ ਦੇ ਬਹੁਤ ਏਰੀਏ 'ਚ ਹੋਇਆ ਵੀ ਇੱਥੇ ਆਹ ਆਬਾਦ ਕਰ ਦੋ, ਬਾਅਦ 'ਚ ਰੌਲਾ ਪਿਆ, ਫਿਰ ਰੌਲਾ ਪਿਆ, ਉਹ ਕੰਮ ਉਵੇਂ ਰਹਿ ਗਿਆ, ਪਰ ਹਜੇ ਕੋਈ ਸਥਾਈ ਹੱਲ ਨਹੀਂ ਹੈਗਾ। ਜੇ ਮੈਂ ਮੁੜ ਕੇ ਤੁਹਾਡੇ ਸਟਾਰਟਿੰਗ ਵਾਲੇ ਮੁੱਦੇ ਤੇ ਆਵਾਂ, ਜਦੋਂ ਇਹ ਸਾਰਾ ਘਟਨਾਕ੍ਰਮ ਤੁਸੀਂ ਕੀਤਾ ਬੜੇ ਰਿਕੇ ਵੀ ਚੱਲੇ, ਕੋਈ ਰਹਿਣ ਦਾ ਕਦੇ ਕਿਤੇ ਇਦਾਂ ਦਾ, ਕਿਉਂਕਿ ਜਦੋਂ ਇਦਾਂ ਦਾ ਘਟਨਾਕ੍ਰਮ ਹੋ ਜਾਂਦਾ, ਮੈਂ ਇੱਕ ਪੱਤਰਕਾਰ ਦੀ ਇੰਟਰਵਿਊ ਸੁਣ ਰਿਹਾ ਸੀ ਉਸ ਸਮੇਂ ਦੇ, ਜੀ ਮੈਨੂੰ ਸ਼ਾਇਦ ਨਾਮ ਨਹੀਂ ਯਾਦ, ਉਹਨਾਂ ਦੀ ਕਾਫੀ ਉਮਰ ਸੀਗੀ, ਉਹਨਾਂ ਦੇ ਮਕਾਨ ਦੇ ਵਿੱਚ ਸੁੱਖਾ ਤੇ ਜਿੰਦਾ ਉੱਪਰ ਰਹਿੰਦੇ ਹੁੰਦੇ ਸੀਗੇ। ਉਹ ਸਾਰਾ ਝੂਠ ਬੋਲ ਰਿਹਾ, ਝੂਠ ਬੋਲ ਰਿਹਾ ਜੀ, ਉਹਨੇ ਬੜਾ ਕੁਛ ਲਾ ਕੇ ਮਤਲਬ ਦੱਸਿਆ ਸੀ ਜੀ, ਉਹਨੇ ਸ਼ਾਂਤੀ ਅੱਤਵਾਦੀ ਤੱਕ ਵੱਧ ਗਿਆ, ਮੈਂ ਦੇਖਿਆ ਵਿੱਚ ਉਹਨੇ। ਨਹੀਂ, ਉਹ ਤਾਂ ਚਲੋ ਉਹਦੀ ਪਰਿਭਾਸ਼ਾ ਹੈਗੀ ਆ ਜੀ, ਪਰ ਮਤਲਬ ਕਿ ਇਸ ਤਰ੍ਹਾਂ ਦਾ ਕੋਈ ਘਟਨਾਕ੍ਰਮ ਹੋਇਆ ਹੀ ਨਹੀਂ ਜੀ। ਤੇ ਰਿੱਕੇ ਚੱਲੇ, ਔਕੜਾਂ ਚੱਲੀਆਂ, ਜਦੋਂ ਤੁਸੀਂ ਘਰ-ਬਾਰ ਛੱਡਦੇ ਆ ਔਕੜਾਂ ਤਾਂ ਆਉਂਦੀਆਂ, ਪਰ ਕੋਈ ਇਦਾਂ ਦੀ ਗੱਲ ਨਹੀਂ ਕਿ ਹਾਹਾਕਾਰ ਮਚ ਜੇ ਜਾਂ ਕੀ ਹੋਵੇ, ਕੁਛ ਨਹੀਂ, ਠੀਕ ਆ, ਜੀਵਨ ਆ। ਮਤਲਬ ਕੌਮ ਦਾ ਸਿਰ ਉੱਚਾ ਕੀਤਾ,
ਕਦੇ ਰਿਗਰੈਟ ਤਾਂ ਨਹੀਂ ਹੋਇਆ ਕਿ ਕਿਸੇ ਗੱਲ ਦਾ ਪਛਤਾਵਾ ਹੋਵੇ ਜਾਂ ਕਿੱਦਾਂ ਕਿ ਨਾ ਕਰਦੇ ਯਾਰ ਇੰਨਾ ਸਮਾਂ ਦਾ ਹੁੰਦਾ? ਨਹੀਂ ਯਾਰ, ਇਦਾਂ ਦਾ ਕੋਈ ਪਛਤਾਵਾ ਨਹੀਂ, ਅੱਜ ਵੀ ਨਹੀਂਗਾ, ਪਹਿਲੇ ਵੀ ਨਹੀਂ ਸੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਆਸ ਰੱਖੀਏ ਕਿ ਹੋਰ ਕਿਤਾਬਾਂ, ਲਿਟਰੇਚਰ ਹੈ ਜਿਹੜਾ ਤੁਹਾਡੇ ਜੀਵਨ ਦੇ ਨਾਲ ਵੀ ਸੰਬੰਧਿਤ ਜਾਂ ਉਹਨਾਂ ਘਟਨਾਵਾਂ ਦੇ ਨਾਲ ਸੰਬੰਧਿਤ ਕਿ ਸਾਡੇ ਲੋਕਾਂ ਦੇ ਵਿੱਚ ਲੈ ਕੇ ਆਉਂਗੇ? ਹਾਂ, ਮੈਂ ਲਿਖ ਰਿਹਾ, ਮੈਂ ਦੂਜੀ ਕਿਤਾਬ ਲਿਖ ਰਿਹਾ ਆਪਣੀ ਜੀ। ਸੋ ਬਹੁਤ ਬਹੁਤ ਧੰਨਵਾਦ ਸਮਾਂ ਦਿੱਤਾ ਤੁਸੀਂ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਰਣਜੀਤ ਸਿੰਘ ਕੁੱਕੀ ਗਿੱਲ ਜੀ, ਜਿਨ੍ਹਾਂ ਨੇ ਉਸ ਸਮੇਂ ਜਦੋਂ ਸਿੱਖ ਜਿਹੜੇ ਨੇ ਡਰਦੇ ਸੀ ਬਾਹਰ ਨਿਕਲਣ ਤੋਂ, ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਜ਼ੁਲਮ ਹੀ ਇੰਨੇ ਕਰਤੇ ਸੀ। ਪਹਿਲਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਣਾ, ਸੰਤ ਭਿੰਡਰਾਂਵਾਲੇ ਦੀ ਸ਼ਹੀਦੀ ਹੋਣੀ, ਉਸ ਤੋਂ ਬਾਅਦ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਣਾ, ਉਹ ਵੀ ਘਰਾਂ ਦੀਆਂ ਨਿਸ਼ਾਨੀਆਂ ਲਗਾ ਕੇ। ਜਦੋਂ ਸਿੱਖਾਂ ਦੇ ਬੱਚਿਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਚੱਕ ਕੇ ਉਹਨਾਂ ਦੇ ਗਰਦਨਾਂ ਤੱਕ ਵੱਢੀਆਂ ਗਈਆਂ, ਜਿਹੜੀਆਂ ਪ੍ਰੈਗਨੈਂਟ ਭੈਣਾਂ ਸੀਗੀਆਂ ਉਹਨਾਂ ਦੇ ਨਾਲ ਬੇਪਤੀ ਕੀਤੀ ਗਈ, ਉਹ ਮਾਵਾਂ ਦੇ ਪੁੱਤ ਅੱਖਾਂ ਦੇ ਸਾਹਮਣੇ ਤੇਲ ਪਾ ਕੇ ਸਾੜੇ ਗਏ, ਇੰਨਾ ਜ਼ਾਲਮ ਤਰੀਕੇ ਦੇ ਨਾਲ ਕੀਤਾ ਗਿਆ ਦਿੱਲੀ ਦੇ ਵਿੱਚ ਕਿ ਰੂਹ ਕੰਬ ਜਾਂਦੀ ਸੀ। ਅੱਜ ਵੀ ਉਹ ਕੁਝ ਮਾਵਾਂ ਜਿਉਂਦੀਆਂ ਨੇ ਜਿਨ੍ਹਾਂ ਨੇ ਆਪਦੇ ਬੱਚਿਆਂ ਨੂੰ, ਆਪਦੇ ਘਰ ਵਾਲਿਆਂ ਨੂੰ ਆਪਦੀਆਂ ਅੱਖਾਂ ਦੇ ਸਾਹਮਣੇ ਜਲਦਾ ਦੇਖਿਆ, ਜਾਂ ਲਾਸ਼ਾਂ ਸੀਗੀਆਂ ਜਾਲਣ ਦੇ ਲਈ ਜਗ੍ਹਾ ਨਹੀਂ ਸੀ, ਆਪਦੇ ਘਰਾਂ ਦੇ ਦਰਵਾਜ਼ੇ ਤੱਕ ਲਾ ਕੇ ਵੀ ਉਹਨਾਂ ਦੇਹਾਂ ਦਾ ਸੰਸਕਾਰ ਕੀਤਾ। ਉਸ ਸਮੇਂ ਦੇ ਵਿੱਚ ਜਦੋਂ ਸਾਰੀ ਕੌਮ ਸਹਿਮੀ ਹੋਈ ਸੀ, ਜਿਵੇਂ ਕਿ ਹੁਣ ਪਿੱਛੇ ਜੇ ਦਿੱਲੀ ਦੇ ਵਿੱਚ ਹੋਇਆ, ਮੁਸਲਮਾਨਾਂ ਦੇ ਨਾਲ, ਕਮਿਊਨਿਟੀ ਦੇ ਨਾਲ ਧੱਕਾ ਹੋਇਆ, ਕਤਲੇਆਮ ਹੋਇਆ ਉਹਨਾਂ ਦਾ, ਇਸ ਟਾਈਮ ਜਿਹੜੀ ਮੁਸਲਮਾਨ ਕਮਿਊਨਿਟੀ ਉਹ ਵੀ ਬਹੁਤ ਡਰ ਭੈਭੀਤ ਹੋਈ ਆ ਇੰਡੀਆ ਦੇ ਵਿੱਚ ਰਹਿ ਕੇ। ਉਸ ਸਮੇਂ ਸਿੱਖ ਕੌਮ ਇਸ ਹਾਲਾਤ ਦੇ ਵਿੱਚ ਸੀ, ਡਰ ਸੀ ਪੂਰਾ। ਕੋਈ ਕਦਮ ਕਰਨ ਲੱਗਿਆ, ਕੋਈ ਚੁੱਕਣ ਲੱਗਿਆ, ਡਰ ਸੀ। ਜਿਹੜਾ ਉਸ ਸਮੇਂ ਲਲਿਤ ਮਾਕਨ, ਜਿਹੜਾ ਉਸ ਸਮੇਂ ਦਾ ਮੈਂਬਰ ਆਫ ਪਾਰਲੀਮੈਂਟ ਸੀ ਤੇ ਇੱਕ ਕੌਂਸਲਰ ਸੀ, ਉਹਨਾਂ ਨੇ ਆਪਦੀ ਕੌਂਸਟੀਚੁਐਂਸੀ ਦੇ ਵਿੱਚ ਸਿੱਖਾਂ ਦੇ ਨਿਸ਼ਾਨਦੇਹੀ ਕਰਕੇ, ਨੁਮਾਇੰਦਗੀ ਕਰਕੇ ਕਤਲੇਆਮ ਕਰਵਾਇਆ। ਉਸ ਲਲਿਤ ਮਾਕਨ ਦਾ ਕਤਲ ਕਰਕੇ ਸਿੱਖ ਕੌਮ ਦਾ ਸਿਰ ਉੱਚਾ ਕਰਨਾ ਬਹੁਤ ਵੱਡੀ ਗੱਲ ਸੀ। ਸਿੱਖਾਂ ਦੇ ਮਨਾਂ ਦੇ ਅੰਦਰੋਂ ਡਰ ਖਤਮ ਕਰਨਾ ਬਹੁਤ ਵੱਡੀ ਗੱਲ ਸੀ। ਇਹ ਸਾਰਾ ਸਿਰਾ ਰਣਜੀਤ ਸਿੰਘ ਕੁੱਕੀ ਗਿੱਲ ਜੀ ਨੂੰ ਜਾਂਦਾ, ਜਿਨ੍ਹਾਂ ਨੇ ਉਸ ਸਮੇਂ ਤੁਰੇ ਕਿ ਹੁਣ ਇਹਨਾਂ ਦਾ ਕਹਿਣਾ, ਇਹਨਾਂ ਨੂੰ ਦੱਸਿਆ ਕਿ ਮੇਰੇ ਨਾਲ ਗੱਲਬਾਤ ਕਰਦੇ ਕਿ ਤੁਰਦੇ ਸੀ ਘਰੋਂ, ਪਤਾ ਸੀ ਜਾਂ ਤਾਂ ਜੇਲ੍ਹ ਤੇ ਜਾਂ ਮਾਰ ਦੇਣਗੇ। ਜਦੋਂ ਕਹਿੰਦੇ ਨੇ ਜੰਗ ਦੇ ਵਿੱਚ ਜਾਂਦੇ ਆ, ਪਤਾ ਹੋਵੇ ਕਿ ਸਾਡੇ ਸਰੀਰਾਂ ਦੇ ਵਿੱਚ ਸੁਰਾਖ ਹੋਣੇ ਨੇ, ਇਹ ਰੂਹਾਂ ਫਿਰ ਆਮ ਨਹੀਂ ਹੁੰਦੀਆਂ। ਪਤਾ ਸੀ ਇਹਨਾਂ ਦਾ ਕਹਿਣਾ ਕਿ ਜਾਂ ਤਾਂ ਮਾਰ ਦੇਣਗੇ ਤੇ ਜਾਂ ਜੇਲ੍ਹ। ਔਰ ਪਰਮਾਤਮਾ ਦੀ ਮਿਹਰ ਆ, ਜੇਲ੍ਹ ਕੱਟੀ, ਅੱਜ ਆਪਣੀ ਫੈਮਿਲੀ ਦੇ ਵਿੱਚ ਨੇ, ਪਰਿਵਾਰ ਦੇ ਵਿੱਚ ਨੇ। ਪਰ ਪਛਤਾਵਾ ਕਹਿੰਦੇ ਕਿਸੇ ਗੱਲ ਦਾ ਨਹੀਂ, ਪਛਤਾਵਾ ਹੈ ਵੀ ਨਹੀਂ, ਕਿਉਂਕਿ ਕੌਮ ਦਾ ਸਿਰ ਉੱਚਾ ਕਰਨਾ ਸੀ ਤੇ ਕੌਮ ਦੇ ਦਿਲਾਂ ਦੇ ਵਿੱਚੋਂ ਡਰ ਕੱਢਣਾ ਸੀ। ਇਹ ਹੋਇਆ ਵੀ। ਉਸ ਤੋਂ ਬਾਅਦ ਅੱਜ ਤੱਕ ਦੇ ਇਤਿਹਾਸ ਦੇਖੀਏ ਤਾਂ ਸਿੱਖਾਂ ਦੇ ਨਾਲ ਧੱਕਾ ਹੋਣੋਂ ਸਰਕਾਰਾਂ ਕਰਨੋਂ ਡਰਦੀਆਂ ਨੇ। ਭਾਵੇਂ ਕਿ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਦੇ ਰਾਹੀਂ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ, ਕੋਈ ਨਹੀਂ, ਸਮਾਂ ਰਹਿੰਦੇ ਹੋਏ ਇਹਦਾ ਵੀ ਹੱਲ ਨਿਕਲ ਆਊਗਾ। ਸੋ ਬਹੁਤ ਚੰਗਾ ਲੱਗਿਆ ਇਹਨਾਂ ਨਾਲ ਗੱਲ ਕਰਦੇ, ਤੇ ਇਹਨਾਂ ਦੀ ਕਿਤਾਬ ਦਾ ਜਿਹੜਾ ਮੈਂ ਜ਼ਿਕਰ ਕੀਤਾ ਉਹ ਵੀ ਕਿਸਾਨੀ ਤੇ ਆ, ਪੜ੍ਹਿਓ ਜ਼ਰੂਰ ਤੇ ਪਤਾ ਲੱਗ ਜਾਏਗਾ ਕਿ ਕਿੰਨਾ ਕੁ ਉਹਨਾਂ ਨੇ ਸਾਰੀ ਜੀਵਨੀ ਦੇ ਵਿੱਚ ਹੰਢਾਇਆ ਤੇ ਦੇਖਿਆ। ਸੋ ਬਹੁਤ ਬਹੁਤ ਧੰਨਵਾਦ। ਕੈਮਰਾਮੈਨ ਅਮਰਪਾਲ ਦੇ ਨਾਲ ਤਰਲੋਚਨ ਸਿੰਘ, ਪ੍ਰਾਈਮ ਦੇ ਲੁਧਿਆਣਾ।